ਏਕ ਅਦੁੱਤੀ ਗੁਰੂ ਨਾਨਕ ਦੇਵਾ। ਓੰਕਾਰ ਗੁਰ ਅੰਗਦ ਅਖੇਲ। ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰ ਬਾਰੇ। ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ, ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਏ, ਸਹਿ ਭੰਗ ਗੁਰ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਗੁਰੂ ਗ੍ਰੰਥ ਕਲਯੁਗ ਭਇਓ, ਸ੍ਰੀ ਗੁਰੂ ਰੂਪ ਮਹਾਨ। 10 ਪਾਤਸ਼ਾਹੀਆਂ ਰੂਪ ਇਹੋ, ਗੁਰੂ ਗ੍ਰੰਥ ਜੀ ਜਾਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੇ, ਵਰਣ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੇ। ਪੂਰਨ ਦੇਖਿਓ ਆਤਮਾ ਦੁਇ, ਤੈ ਸਰਬ ਨਿਵਾਰ। ਭਏ ਸ਼ਾਂਤ ਮਨ ਸੰਤ ਜਿਹੇ, ਤਿਹ ਪਦ ਨਮੋ ਹਮਾਰ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌਣ ਬਾਣੀ ਭਗਤਾਂ ਕੀ, ਕਬੀਰ ਜੀ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਸੰਤ ਮਸਤਕ ਰਹੀਏ। ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਸੰਤ ਮਸਤਕ ਰਹੀਏ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ। ਰਹੋ ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਚਕ ਮਾਰੀ। ਬੋਲਤ ਬੋਲਤ ਬੜੇ ਵਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਸ਼ੂਸ਼ਾ ਕੜ ਬੋਲੇ, ਭਰਿਆ ਹੋਏ ਸੋ ਕਬੋ ਨਾ ਡੋਲੇ। ਕਹੋ ਕਬੀਰ ਸ਼ੂਸ਼ਾ ਕਰ ਬੋਲੇ, ਭਰਿਆ ਹੋਏ ਸੋ ਕਬੋ ਨਾ ਡੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸਰਬੱਤ ਸੰਗਤਾਂ, ਸਰਬੱਤ ਗੁਰਸਿੱਖ ਮਾਈ ਭਾਈ, ਗੁਰੂ ਨਾਨਕ ਦੇ ਇਸ ਦਰਬਾਰ ਦੇ ਅੰਦਰ
ਆਪਣੀ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰਨ ਵਾਸਤੇ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਪਹੁੰਚੇ ਹੋ, ਜੋ ਵਾਹਿਗੁਰੂ ਦੇ ਦਰ 'ਤੇ ਸਵਾਸਾਂ ਦੀ ਪੂੰਜੀ ਪ੍ਰਾਪਤ ਹੈ। ਇਹ ਦਿਨ ਰਾਤ ਕਰਕੇ, ਪਲ ਪਲ ਕਰਕੇ, ਛਿਨ ਛਿਨ ਕਰਕੇ ਨਸ਼ਟ ਹੋ ਰਹੀ ਹੈ। ਨਾਮ ਦਾ ਵਪਾਰ ਕਰਨ ਵਾਲੇ ਵਪਾਰੀ ਬੱਖਰ ਸੰਭਾਲਦੇ ਹੈ, ਬਣਜ ਕਰੋ ਬਣਜਾਰਿਓ ਬੱਖਰ ਲਿਓ ਸੰਭਾਲ। ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਸਾਡਾ ਸੰਸਾਰ ਦੇ ਅੰਦਰ ਮਨੁੱਖੀ ਜਾਮੇ ਵਿੱਚ ਆਉਣ ਦਾ ਮੁੱਖ ਮੰਤਵ ਹੀ ਵਾਹਿਗੁਰੂ ਦੀ ਪ੍ਰਾਪਤੀ ਹੈ। ਪ੍ਰਾਪਤੀ ਗੱਲਾਂ ਨਾਲ ਨਹੀਂ ਹੋਣੀ। ਪ੍ਰਾਪਤੀ ਦੇ ਮਾਰਗ 'ਤੇ ਚੱਲ ਕੇ ਪ੍ਰਾਪਤੀ ਦੀ ਮੰਜ਼ਿਲ ਪਹੁੰਚੇਗੀ, ਅਤੇ ਉਸ ਮਾਰਗ ਨੂੰ ਭਗਤੀ ਦਾ ਮਾਰਗ ਕਿਹਾ ਜਾਂਦਾ ਹੈ। ਗਿਆਨ ਔਰ ਭਗਤੀ ਦੇ ਮਾਰਗ 'ਤੇ ਪਹਿਲੇ ਹੀ ਕਦਮ ਰੱਖਦੇ ਹਾਂ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਤੇ ਹੰਕਾਰ ਦੀ ਨਿਵਰਤੀ ਕਰਨਾ ਹੀ ਸਿਰ ਦਾ ਦੇਣਾ ਹੈ। ਹੰਕਾਰ ਰਹਿੰਦੇ ਸਿਰ ਦੇ ਵਿੱਚ। ਗੁਰੂ ਨਾਨਕ ਦੇ ਘਰ ਦਾ ਜਿਹੜਾ ਅਸੂਲ ਹੈ, ਗੁਰੂ ਨਾਨਕ ਸਾਹਿਬ ਨੇ ਬਣਾਇਆ, ਇਹ ਨਿਮਰਤਾ ਦਾ ਹੈ, ਪਿਆਰ ਦਾ ਹੈ। ਇੱਥੇ ਪ੍ਰੇਮਾ ਭਗਤੀ, ਇਕੱਲੀ ਭਗਤੀ ਪ੍ਰਵਾਨ ਨਹੀਂ, ਇੱਥੇ ਪ੍ਰੇਮਾ ਭਗਤੀ ਪ੍ਰਵਾਨ। ਪ੍ਰੇਮ ਦੇ ਸ਼ਹਿਦ ਕੀਤੀ ਹੋਈ ਭਗਤੀ ਪ੍ਰਮਾਣ ਹੈ। ਇਹ ਭਗਤੀ ਦੇ ਅੰਗ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਜੋ ਸੁਵਿਧਾ ਗੁਰੂ ਨਾਨਕ ਦੇ ਘਰ ਵਿੱਚ ਹੈ, ਮਨੁੱਖੀ ਜਾਮੇ ਵਿੱਚ, ਉਹ ਕਿਤੇ ਵੀ ਨਹੀਂ ਮਿਲਦੀ। ਬੜੀ ਮਹਾਨ ਕਿਰਪਾ ਗੁਰੂ ਨਾਨਕ ਨੇ ਕੀਤੀ ਹੈ, ਅਤੇ ਇਹੋ ਜਿਹਾ ਪੰਥ ਚਲਾਇਆ ਜਿਹਨੂੰ ਨਿਰਮਲ ਪੰਥ ਦਾ ਨਾਂ ਦਿੱਤਾ। ਸ਼ੁਰੂ ਦੇ ਵਿੱਚ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਦਾ 10ਵੇਂ ਜਾਮੇ ਵਿੱਚ ਨਾਮ ਖਾਲਸਾ ਪੰਥ ਰੱਖਿਆ। ਅਰਥ ਦੋਨਾਂ ਦੇ ਇੱਕੋ ਹੀ ਨੇ, ਤ੍ਰੈਵਾਚੀ ਸ਼ਬਦ ਨੇ। ਅਤੇ ਗੁਰੂ ਨਾਨਕ ਦੇ ਇਸ ਨਿਰਮਲ ਪੰਥ 'ਤੇ ਸ਼ੁਰੂ ਦੇ ਵਿੱਚ ਸਾਨੂੰ ਨਾਨਕ ਪੰਥ ਹੀ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇ ਦੱਸੇ ਮਾਰਗ 'ਤੇ ਚੱਲਣ ਵਾਲੇ ਸਿੱਖਾਂ ਨੂੰ ਕਿਹਾ ਜਾਂਦਾ ਸੀ ਨਾਨਕ ਪੰਥੀ ਨੇ। ਉਸ ਨਿਰਮਲ ਪੰਥ ਦੇ ਵਿੱਚ ਗੁਰੂ ਵਾਲੇ ਬਣ ਕੇ, ਅਤੇ ਫਿਰ ਪ੍ਰੇਮਾ ਭਗਤੀ ਦੇ ਵਿੱਚ ਇੱਕ ਤਾਂ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਪਾਠ। ਸਿੱਖ ਜਗਤ ਦੇ ਵਿੱਚ ਗੁਰਬਾਣੀ ਤੋਂ ਲਾਭ ਪ੍ਰਾਪਤ ਕਰਨ ਲਈ ਗੁਰੂ ਸਾਹਿਬਾਨਾਂ ਨੇ 3 ਢੰਗ ਗੁਰਸਿੱਖਾਂ ਨੂੰ ਦੱਸ ਦਿੱਤੇ। ਇਹਨਾਂ ਵਿੱਚੋਂ ਸਮੇਂ ਅਨੁਸਾਰ ਤੁਸੀਂ ਇਹਨਾਂ ਢੰਗਾਂ ਤਰੀਕਿਆਂ ਨੂੰ ਵਰਤਦੇ ਰਹਿਣਾ, ਅਤੇ ਤੁਹਾਡੇ ਸਵਾਸ ਸਫਲੇ ਹੁੰਦੇ ਰਹਿਣ। ਕਲਯੁਗ ਦਾ ਸਮਾਂ ਹੈ, ਕਿਤੇ ਇਕੱਲੇ ਬਹਿ ਕੇ ਭਗਤੀ ਨਹੀਂ ਹੋ ਸਕੇਗੀ। ਤੁਹਾਨੂੰ ਪਹਾੜਾਂ ਕੰਦਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ, ਜੰਗਲਾਂ 'ਚ ਭਟਕਣ ਦੀ ਲੋੜ ਨਹੀਂ। ਤੁਸੀਂ ਗ੍ਰਸਤ ਮਾਰਗ ਵਿੱਚ ਰਹਿੰਦੇ ਹੋਏ ਆਪਣੀ ਮੰਜ਼ਿਲ 'ਤੇ ਪਹੁੰਚ ਜਾਓਗੇ। ਅਤੇ ਗੁਰਬਾਣੀ ਦਾ ਪਾਠ, ਇਸ ਦਾ ਵੀ ਬਹੁਤ ਵੱਡਾ ਲਾਭ ਹੈ। ਸਿੱਖ ਜਗਤ ਦੇ ਵਿੱਚ ਪਾਠ ਕਰਨ ਦਾ, ਗੁਰੂ ਸਾਹਿਬ ਦੇ ਵੇਲੇ ਤੋਂ ਬਾਣੀ ਪੜ੍ਹਨ ਦਾ, ਕਿਉਂਕਿ ਗੁਰੂ ਸਾਹਿਬ ਨੇ ਆਪ ਜੋ ਹੁਕਮ ਕੀਤਾ ਹੈ, ਆਵਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਸੇ ਸ਼ਬਦ ਦੇ ਵਿੱਚ ਕਹਿੰਦੇ ਨੇ, ਕਹੈ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਆਇਓ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗੇ ਅਨਲਾਲਚ ਬਿਰਥਾ ਜਨ। ਬਾਣੀ ਦੇ ਨਾਲ ਜੋੜਨ ਵਾਸਤੇ ਮਹਾਰਾਜ ਸਾਹਿਬ ਨੇ ਬਾਣੀ 'ਚ ਪ੍ਰੇਰਨਾ ਦਿੱਤੀ ਹੈ।
ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬੈ। ਸਿੱਖ ਦਾ ਜੀਵਨ ਬਾਣੀ ਦੇ ਅਧੀਨ ਕਰ ਦਿੱਤਾ ਹੈ, ਜਿਵੇਂ ਮੱਛੀ ਦਾ ਜੀਵਨ ਪਾਣੀ ਦੇ ਅਧੀਨ ਹੈ। ਪਾਣੀ ਤੋਂ ਵਿਛੜ ਕੇ ਮੱਛੀ ਜੀ ਨਹੀਂ ਸਕਦੀ, ਔਰ ਬਾਣੀ ਤੋਂ ਵਿਛੜ ਕੇ ਸਿੱਖ ਸਿੱਖੀ ਜੀਵਨ ਵਿੱਚ ਮਰ ਜਾਏਗਾ। ਉਸ ਤਰ੍ਹਾਂ ਭਾਵੇਂ ਜਿਵੇਂ ਮਨੁੱਖ ਫਿਰਦੇ ਆ ਤੁਰੇ, ਸਿੱਖੀ ਦਾ ਲਿਬਾਸ ਵੀ ਹੋਵੇ, ਪਰ ਮ੍ਰਿਤਕ ਜ਼ਿੰਦਗੀ ਲੈ ਕੇ। ਤੇ ਇਸ ਪ੍ਰਕਾਰ ਦਾ ਜਿਹੜਾ ਸਿੱਖ ਦਾ ਜੀਵਨ ਬਾਣੀ, ਮੱਛੀ ਦਾ ਜੀਵਨ ਪਾਣੀ। ਮੱਛੀ ਦਾ ਜਨਮ ਵੀ ਪਾਣੀ ਦੇ ਵਿੱਚੋਂ ਹੀ ਹੋਇਆ, ਔਰ ਮੱਛੀ ਦੀ ਜ਼ਿੰਦਗੀ, ਮੱਛੀ ਦੀ ਪਾਲਣ ਪੋਸ਼ਣਾ, ਮੱਛੀ ਦਾ ਵਧਣਾ, ਸਭ ਕੁਝ ਪਾਣੀ ਦੇ ਅਧੀਨ ਹੈ। ਪਾਣੀ ਤੇ ਪਰੇ ਹੋ ਕੇ ਤੁਸੇ ਨਿਕਸ਼ੀ ਫੂਟ ਮਰ। ਇਸੇ ਤਰ੍ਹਾਂ ਸਿੱਖ ਦਾ ਜੀਵਨ ਬਾਣੀ ਤੋਂ ਹੈ। ਬੱਚੇ ਦਾ ਜਨਮ ਮਾਂ ਤੋਂ ਹੈ, ਕੋਈ ਆਕਾਸ਼ ਤੋਂ ਤਾਂ ਬੱਚਾ ਡਿੱਗਦਾ ਨਹੀਂ। ਮਾਂ ਤੋਂ ਬੱਚੇ ਦਾ ਜਨਮ ਹੈ ਤੇ ਪਾਲਣਾ ਵੀ ਮਾਂ ਹੀ ਕਰਦੀ ਹੈ। ਇਸੇ ਤਰ੍ਹਾਂ ਸਿੱਖ ਦਾ ਜਨਮ ਬਾਣੀ ਤੋਂ ਹੈ ਤੇ ਸਿੱਖੀ ਦੀ ਪਾਲਣਾ ਵੀ ਬਾਣੀ ਹੀ ਕਰਦੀ ਹੈ, ਮਾਂ ਦੀ ਤਰ੍ਹਾਂ। ਤੇ ਦੂਸਰਾ ਗੁਰਬਾਣੀ ਦਾ ਕੀਰਤਨ ਕਰਨਾ, ਜੈਸਾ ਹੁਣੇ ਹੀ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਦਰਬਾਰ ਸਾਹਿਬ ਦੇ ਰਾਗੀ, ਤੇ ਉਹਨਾਂ ਨੇ ਬੜਾ ਸੁੰਦਰ ਕੀਰਤਨ ਆਪ ਜੀ ਨੂੰ ਸੁਣਾਇਆ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਇ ਧਿਆਨ। ਇਹ ਦੂਸਰਾ ਢੰਗ ਹੈ। ਜਿਸ ਗੁਰਬਾਣੀ ਦਾ ਪਾਠ ਸਿੱਖ ਕਰਦਾ ਹੈ, ਉਸੇ ਗੁਰਬਾਣੀ ਦਾ ਕੀਰਤਨ ਕਰਦਾ ਹੈ। ਤੀਸਰਾ ਢੰਗ ਜਿਹੜਾ ਹੈ, ਇਸ ਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਭ ਤੋਂ ਉੱਤਮ ਦੱਸਿਆ। ਉਹਦਾ ਕਾਰਨ ਹੈ, ਪਾਠ ਕਰਨ ਦੇ ਨਾਲ ਗਿਆਨ ਵਿੱਚ ਵਾਧਾ ਨਹੀਂ ਹੁੰਦਾ, ਕੀਰਤਨ ਕਰਨ ਦੇ ਨਾਲ ਗਿਆਨ ਵਿੱਚ ਵਾਧਾ ਨਹੀਂ ਹੁੰਦਾ, ਤੇ ਕਥਾ ਦੇ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ। ਤੇ ਅੰਧਕਾਰ ਦਾ ਜੀਵਨ ਕੋਈ ਜੀਵਨ ਨਹੀਂ ਹੈ, ਬੇਕਾਰ ਜੀਵਨ ਹੈ। ਗੁਰਬਾਣੀ ਇਸ ਜਗ ਮੇਂ ਚਾਨਣ, ਉਹ ਚਾਨਣ ਅਰਥਾਂ ਦੁਆਰਾ ਹੈ। ਇਸ ਕਰਕੇ ਗੁਰਬਾਣੀ ਦੀ ਕਥਾ ਦੀ ਪਰੰਪਰਾ ਗੁਰੂ ਸਾਹਿਬ ਨੇ ਕਾਇਮ ਕੀਤੀ। ਖਾਲਸਾ ਪੰਥ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਤੋਂ ਪਹਿਲਾਂ ਕਦੇ ਕੋਈ ਇੱਕ ਸ਼ਬਦ ਦੀ ਵਿਆਖਿਆ, ਕਿਸੇ ਨਗਰ ਦੇ 2 ਸ਼ਬਦਾਂ ਦੀ ਵਿਆਖਿਆ, ਕਿਸੇ ਇੱਕ ਬਾਣੀ ਦੀ ਵਿਆਖਿਆ ਗੁਰਸਿੱਖ ਕਰਦੇ ਸੀ ਗੁਰੂ ਸਾਹਿਬ ਦੇ ਵੇਲੇ ਤੋਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਥਾ ਨੂੰ ਨਿਯਮਬੱਧ ਤਰੀਕੇ ਦੇ ਨਾਲ ਕਰ ਦਿੱਤਾ। ਸੰਪੂਰਨ ਕਥਾ ਆਪਣੀ ਰਸਨਾ ਤੋਂ ਕੀਤੀ। ਪਹਿਲਾਂ ਖਾਲਸਾ ਪੰਥ ਵਿੱਚ ਇਹ ਨਿਯਮ ਬਣਾਇਆ, ਗੁਰੂ ਸਾਹਿਬ ਦੇ ਆਪ ਕਥਾ ਕਰਨ ਦਾ ਇੱਕ ਪ੍ਰਤੱਖ ਰੂਪ ਦੇ ਵਿੱਚ। ਇਹ ਕਰਤੱਵ ਭਾਵੇਂ ਗੁਰੂ ਦੇ ਸਮਝ ਨਹੀਂ ਆਇਆ ਕਰਦੇ, ਪਰ ਜਿੱਥੋਂ ਤੱਕ ਬਾਤ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਆਪ ਕਥਾ ਦੇ ਨਾਲ ਆਪਣੇ ਸਰੀਰ ਦੇ ਹੁੰਦਿਆਂ ਸਿੱਖਾਂ ਨੂੰ ਜੋੜਨਾ, ਕਿਤੇ ਮੇਰਾ ਸਿੱਖ ਕਥਾ ਤੋਂ ਟੁੱਟ ਨਾ ਜਾਏ। ਸਭ ਤੋਂ ਉੱਤਮ ਹਰ ਕੀ ਕਥਾ, ਇਹ ਉੱਤਮ ਹੈ ਸਾਰਿਆਂ ਤੋਂ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੇ ਮੁਕਾਮ ਪਰ ਹਜ਼ੂਰ ਨੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ, ਗੁਰੂ ਸਾਹਿਬ ਦੀ ਕਥਾ ਦਾ ਸਾਰਾ ਪੀਰੀਅਡ 9 ਦੇ ਨਾਲ ਹੀ ਚੱਲਦਾ ਹੈ। ਪਰਮਾਤਮਾ ਦੇ 9 ਦੀ ਕਥਾ 9 ਮਹੀਨੇ ਕੀਤੀ, 9 ਦਿਨ ਤੇ 9 ਘੜੀਆਂ ਤੇ 9 ਪਲ ਤੇ ਆ ਕੇ ਸਮਾਪਤੀ ਕੀਤੀ। ਤੇ ਖਾਲਸੇ ਦੇ ਵਿੱਚ ਇਹ ਪਰੰਪਰਾ ਕਾਇਮ ਕਰ ਦਿੱਤੀ। ਉਸ ਪਰੰਪਰਾ ਦੇ ਅਨੁਸਾਰ ਔਰ ਉਹ ਪਰੰਪਰਾ ਦੇ ਅਰਥਾਂ ਦੇ ਅਨੁਸਾਰ, ਜਿਹਨੂੰ ਅਸੀਂ ਸੰਪਰਦਾਈ ਅਰਥ ਕਹਿੰਦੇ ਹਾਂ,
ਜੋ ਗੁਰੂ ਕਾਲ ਤੋਂ ਚਲੇ ਆ ਰਹੇ ਨੇ। ਜਿਹੜੀਆਂ ਉਥਾਨਕਾਂ ਉਸ ਵੇਲੇ ਮੰਨੀਆਂ ਉਹਨਾਂ ਉਥਾਨਕਾਂ ਨੂੰ ਲਾਉਣਾ ਅਤੇ ਉਸ ਦੇ ਵਿਚਾਰ ਦੇ ਅਨੁਸਾਰ ਕਥਾ ਦਾ ਆਨੰਦ ਮਾਣਨਾ। ਭਾਵੇਂ ਅੱਜ ਨਵੀਨ ਯੁੱਗ ਦੇ ਅੰਦਰ ਕੁਝ ਨਵੀਨ ਗਿਆਨੀ ਸਿੰਘ ਨਵੀਨਤਾ ਦੇ ਨਾਲ ਇਹਨਾਂ ਅਰਥਾਂ ਨੂੰ ਤਰੋੜ ਮਰੋੜ ਕੇ ਵੀ ਪੇਸ਼ ਕਰਨ ਦਾ ਯਤਨ ਕਰਦੇ ਆ, ਉਹ ਤਾਂ ਵਾਜਬ ਨਹੀਂ ਹੋਏਗੀ ਗੱਲ। ਗੁਰੂ ਕਿਰਪਾ ਕਰੇ, ਆਓ ਮਨ ਬਿਰਤੀਆਂ ਇਕਾਗਰ ਕਰੋ। ਇਹ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 870 ਅੰਗ ਤੇ ਆਪਣੀ ਭਗਤੀ ਦੀ ਚਾਲ 'ਤੇ ਚੱਲਦੀ ਹੋਈ ਇਸ ਪੜਾਅ 'ਤੇ ਪਹੁੰਚੀ ਹੋਈ ਹੈ, ਜਿੱਥੇ ਭਗਤਾਂ ਦੀ ਬਾਣੀ ਗੌਂਡ ਰਾਗ ਦੇ ਅੰਦਰ ਸ਼ੁਰੂ ਹੋ ਰਹੀ। ਭਗਤ ਜਨਾਂ ਕੀ ਉੱਤਮ ਬਾਣੀ, ਇਹ ਉੱਤਮ ਬਾਣੀ ਹੈ। ਜਿਹੜੇ ਭਗਤ ਗੁਰੂ ਸਾਹਿਬ ਦੇ ਵਿੱਚ ਅਭੇਦ ਹਨ, ਔਰ ਉਹਨਾਂ ਦੇ ਵਿੱਚ ਸਭ ਤੋਂ ਆਪ ਜੀ ਦੇਖੋਗੇ ਜਿੱਥੇ ਗੁਰਬਾਣੀ ਸ਼ੁਰੂ ਹੁੰਦੀ ਹੈ, ਮੁੜਦੇ ਵੀ ਜਾਓ ਤਾਂ ਜਪਜੀ ਸਾਹਿਬ ਹੈ। ਕੋਈ ਰਾਗ ਸ਼ੁਰੂ ਹੁੰਦਾ ਹੈ, ਇਹ ਗੁਰੂ ਨਾਨਕ ਦੀ ਬਾਣੀ ਤੋਂ ਪ੍ਰਾਰੰਭਤਾ ਹੁੰਦੀ ਹੈ। ਗੁਰੂ ਨਾਨਕ ਦਾ ਸਤਿਕਾਰ ਰੱਖਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲਾਂ ਸ਼ਬਦ ਗੁਰੂ ਨਾਨਕ ਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਹੈ 1660 ਵਿਕਰਮੀ ਸੰਮਤ ਵਿੱਚ ਕਾਰਜ ਆਰੰਭ ਹੋਇਆ ਰਾਮਸਰ ਦੀ ਜਗ੍ਹਾ 'ਤੇ। 1661 ਵਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਨੂੰ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਕਰ ਦਿੱਤਾ। ਐਡਾ ਵੱਡਾ ਕਾਰਜ ਜਿਹੜਾ ਮਹਾਰਾਜ ਨੇ 1 ਸਾਲ ਦੇ ਅੰਦਰ ਹੀ ਸੰਪੂਰਨ ਕਰ ਦਿੱਤਾ ਹੈ। ਅਤੇ ਉਹ ਸਤਿਗੁਰੂ ਮਹਾਰਾਜ ਸਾਹਿਬ ਨੇ ਜੋ ਬਾਣੀ ਦੀ ਤਰਤੀਬ ਬਣਾਈ, ਜਿੱਥੇ ਮੰਗਲ ਲਿਖੇ ਉੱਥੇ ਮੰਗਲ ਲਿਖ ਦਿੱਤੇ, ਜਿੱਥੇ ਜੋ ਮਹਾਰਾਜ ਨੂੰ ਭਾਇਆ। ਅਤੇ ਗੁਰੂ ਦੇ ਕੀਤੇ ਹੋਏ 'ਤੇ ਕਦੇ ਸਿੱਖ ਨੂੰ ਕਿੰਤੂ ਨਹੀਂ ਹੋਣਾ ਚਾਹੀਦਾ, ਨਾ ਕੋਈ ਕਿੰਤੂ ਨੂੰ ਥਾਂ ਹੈ। ਪ੍ਰਭੂ ਦਾ ਕੀਤਾ ਹੋਇਆ ਸੱਤ ਕਰਕੇ ਮੰਨਣਾ ਹੀ ਸਾਡਾ ਧਰਮ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। 31 ਰਾਗ ਹਨ, ਉਹਨਾਂ ਦੇ 'ਚ ਗਾਉਣ ਮੈਂ ਆਪ ਜੀ ਨੂੰ ਉਹਨਾਂ ਰਾਗਾਂ ਦਾ ਪਾਠ ਸੁਣਾ ਦਿਆਂ ਇੱਕ ਵਾਰੀ। ਸ੍ਰੀ ਰਾਗ ਤੋਂ ਸ਼ੁਰੂ ਹੁੰਦੇ ਆ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬੜਹੰਸ ਸੋਠ ਧਨਾਸਰੀ ਜੈਤਸਰੀ ਟੋਡੀ ਬੈਰਾੜੀ ਤਿਲੰਗ ਸੂਈ ਬਿਲਾਵਲ ਕੌਂਟ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ ਜੈ ਜੈਵੰਤੀ। ਇਹ 31 ਰਾਗਾਂ ਵਿੱਚ ਗੁਰਬਾਣੀ ਹੈ। ਉਹਨਾਂ ਦੇ 'ਚੋਂ ਗੌਂਡ ਰਾਗ, ਜੇ ਰਾਗ ਦੀ ਬਣਤਰ ਵੱਲ ਜਾਈਏ, ਰਾਗ ਦੀ ਬਣਤਰ ਦੀ ਵਿਆਖਿਆ ਵੱਲ ਜਾਈਏ, ਤਾਂ ਉਹਦੇ ਵਿੱਚ ਰਾਗੀ ਸਿੰਘਾਂ ਨੂੰ ਤਾਂ ਲਾਭ ਹੋ ਸਕਦਾ ਹੈ, ਸੰਗੀਤ ਕਲਾ ਵਾਲਿਆਂ ਨੂੰ, ਆਮ ਸਰੋਤਿਆਂ ਨੂੰ ਉਹਦੇ ਵਿੱਚ ਲਾਭ ਨਹੀਂ ਹੈ। ਗੁਰਬਾਣੀ ਅਰਥ ਭੰਡਾਰ ਦੇ ਟੀਕੇ ਦੇ ਵਿੱਚ ਸੰਪੂਰਨ 31 ਰਾਗਾਂ ਦੇ ਵੇਰਵੇ ਦੇ ਦਿੱਤੇ ਨੇ। ਕਿਹੜਾ ਰਾਗ ਕਿਸ ਸਮੇਂ ਦਾ ਰਾਗ ਹੈ, ਕਿਹੜੀਆਂ ਇਹਦੀਆਂ ਸੁਰਾਂ ਹਨ, ਇਹਦੀ ਸਾਨੂੰ ਇੱਥੇ ਮੈਂ ਸਮਝਦਾ ਵੀ ਇਹਦੇ 'ਤੇ ਸਮਾਂ ਲਾਉਣ ਦੀ ਬਜਾਏ ਆਪਾਂ ਗੁਰਬਾਣੀ ਦੇ ਅੱਗੇ ਰਸ ਪਿੰਨੇ ਉਪਦੇਸ਼ ਦੇ ਉੱਤੇ ਹੀ ਸਮਾਂ ਲਾਈਏ। ਇਹ ਜਾਣਕਾਰੀ ਦਿੱਤੀ ਹੈ ਵੀ ਰਾਗ ਗੌਂਡ ਹੈ, ਅਤੇ ਇਹ ਜਿਹੜੀ ਬਾਣੀ ਹੈ ਇਹ ਭਗਤਾਂ ਕੀ ਦਾ ਅਰਥ ਹੁੰਦਾ ਦੀ ਭਗਤਾਂ ਦੀ ਬਾਣੀ ਹੈ। ਉਹਦੇ ਵਿੱਚ ਇੱਕ ਗੱਲ ਧਿਆਨ ਰੱਖਣ ਦੀ ਲੋੜ ਹੈ। ਅੱਜ ਬੜੀ ਤੇਜ਼ੀ ਦੇ ਨਾਲ ਜ਼ਮਾਨਾ ਬਦਲ ਰਿਹਾ ਹੈ, ਔਰ ਬਹੁਤ ਬਦਲ ਗਿਆ, ਕੁਛ ਬਦਲਣ ਵਾਲਾ ਹੈ। ਇਸ ਬਦਲਦੇ ਹੋਏ ਜ਼ਮਾਨੇ ਦੇ ਅੰਦਰ ਗੁਰੂ ਸਾਹਿਬਾਨਾਂ ਦੇ ਸਿਧਾਂਤ ਨੂੰ ਵੀ ਬਦਲਣ ਦੀਆਂ ਗੱਲਾਂ ਹੋ ਰਹੀਆਂ। ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਇਹਨਾਂ ਨੂੰ ਦਰਜਾ ਦਿੱਤਾ ਹੈ ਭਗਤਾਂ ਦਾ, ਅਤੇ ਹੁਣ ਭਗਤਾਂ ਦੇ ਦਰਜੇ ਨੂੰ ਛੱਡ ਕੇ ਗੁਰੂ ਵਾਲਾ ਸਥਾਨ ਦੇਣ ਦੀਆਂ ਗੱਲਾਂ ਵੀ ਪਰੰਪਰਾ ਤੋਂ ਉਲਟ ਹੋ ਰਹੀਆਂ। ਇੱਕ ਜਾਤੀ ਦੇ ਅਭਿਮਾਨ ਦੀ ਗੱਲ ਬ੍ਰਾਹਮਣ ਕਰਦਾ ਸੀ, ਇੱਕ ਜਾਤੀ ਦੇ ਅਭਿਮਾਨ ਦੀ ਅੱਜ ਦਾ ਮਨੁੱਖ ਕਰਦਾ ਹੈ ਕਿ ਜੇ ਰਵਿਦਾਸ ਸਾਡੀ ਜਾਤੀ ਦਾ ਹੈ ਤਾਂ ਅਸੀਂ ਰਵਿਦਾਸ ਨੂੰ ਗੁਰੂ ਕਹਾਂਗੇ, ਅਸੀਂ ਕਿਸ ਤੋਂ ਘੱਟ ਹਾਂ। ਪਰ ਜਦੋਂ ਰੱਬੀ ਦਰਜਾ ਦੇਖੋਗੇ ਉਹਨਾਂ ਦਾ ਤਾਂ ਭਗਤ ਹੈ, ਇਹ ਦਰਜਾ ਹੈ।
ਗੁਰੂ ਦਾ ਦਰਜਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਕਲਯੁਗ ਦੇ ਅੰਦਰ ਕਿਸੇ ਮਨੁੱਖ ਨੂੰ ਭਗਤਾਂ ਨੂੰ ਅਸਥਾਨ ਮਿਲਿਆ ਹੈ। ਇਸ ਕਰਕੇ ਬਾਣੀ ਲਿਖ ਦਿੱਤੀ, ਗੋਂਡ ਰਾਗ ਹੈ ਭਗਤਾਂ ਕੀ, ਭਗਤਾਂ ਦੀ ਬਾਣੀ ਹੈ। ਤੇ ਉਹਨਾਂ ਦੇ ਵਿੱਚ ਅੱਵਲ ਭਗਤ ਕਬੀਰ ਹੈ, ਦੂਜਾ ਰਾਮਾਨੂ। ਤੇ ਕਬੀਰ ਸਾਹਿਬ ਕਮਾਈ ਦੇ ਆਧਾਰ ਤੇ ਪਹਿਲੇ ਨੰਬਰ ਤੇ ਆਉਂਦੇ ਹੈ। ਤੇ ਅੱਗੇ ਲਿਖਿਆ ਹੈ, ਕਬੀਰ ਜੀ ਘਰ ਪਹਿਲਾ। ਗੋਂਡ ਰਾਗ ਦੇ ਅੰਦਰ ਉਚਾਰਨ ਕਰਨ ਵਾਲੇ ਭਗਤ ਦਾ ਪਰਿਚਾ ਹੈ ਕਿ ਉਹਨਾਂ ਦਾ ਨਾਮ ਹੈ ਕਬੀਰ। 534 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਇਸ ਭਗਤ ਦੇ ਆਉਣਗੇ। ਕੁਛ ਆ ਗਏ ਨੇ, ਉਹਨਾਂ ਦੇ ਵਿੱਚੋਂ ਇਹ ਵੀ ਇੱਕ ਸ਼ਬਦ ਹੈ ਜਿਹਦੀ ਅੱਜ ਵਿਆਖਿਆ ਸੁਣ ਰਹੇ। ਭਗਤਾਂ ਦੀ ਸਭ ਤੋਂ ਵੱਧ ਬਾਣੀ ਕਬੀਰ ਸਾਹਿਬ ਦੀ ਹੈ। ਗੁਰੂ ਸਾਹਿਬਾਨਾਂ ਦੇ ਵਿੱਚ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਤੇ ਘਰ ਪਹਿਲੇ ਦਾ ਮਤਲਬ ਹੈ ਰਾਗ ਦੇ ਪਹਿਲੇ ਸੁਰ ਤਾਲ ਵਿੱਚ ਇਹ ਸ਼ਬਦ ਨੂੰ ਰਾਗੀ ਸਿੰਘ ਗਾਇਨ ਕਰਨ। ਰਾਗ ਦੇ ਘਰ ਨੇ ਇਹ, ਰਾਗ ਦੇ ਸੁਰ ਤਾਲ ਨੇ ਇਹ ਨਿਯਮ ਬੰਨਿਆ ਮਹਾਰਾਜ ਸਾਹਿਬ। ਤੇ ਇਸ ਸ਼ਬਦ ਦੇ ਉਚਾਰਨ ਕਰਨ ਦੀ ਕੋਈ ਬਹੁਤ ਵੱਡੀ ਲੰਮੀ ਉਥਾਨਕਾ ਤਾਂ ਨਹੀਂ ਹੈ, ਪਰ ਇੱਕ ਛੋਟੀ ਉਥਾਨਕਾ ਹੈ। ਕਬੀਰ ਸਾਹਿਬ ਦੇ ਕੋਲ ਅਨੰਤ ਜਗਿਆਸੂ ਜਨ ਆਇਆ ਕਰਦੇ ਸਨ। ਭਗਤੀ ਦੇ ਮਾਰਗ 'ਤੇ ਚੱਲਣ ਵਾਲੇ ਆਪਣੇ ਇਸ ਮਾਰਗ ਦੀ ਸਹਾਇਤਾ ਲਈ ਕਬੀਰ ਸਾਹਿਬ ਦੇ ਕੋਲ ਜਗਿਆਸੂ ਆਇਆ। ਉਹਨੇ ਕਿਹਾ, ਕਬੀਰ ਸਾਹਿਬ ਕਿਰਪਾ ਕਰਕੇ ਇਹ ਦੱਸੋ ਵੀ ਕਿਸ ਪ੍ਰਕਾਰ ਬੋਲਿਆ ਜਾਵੇ। ਜਦੋਂ ਬੋਲਣਾ ਹੋਵੇ ਸਾਨੂੰ ਬੋਲਣ ਦਾ ਢੰਗ ਦੱਸੋ। ਸੰਸਾਰ ਬੋਲਦਾ ਹੈ, ਬਿਨਾਂ ਢੰਗ ਤੋਂ ਬੋਲਦਾ ਹੈ, ਔਰ ਇਸ ਕਰਕੇ ਸੰਸਾਰ ਨੂੰ ਤਾੜਨਾ ਮਿਲਿਆ। ਕਾਇਰੇ ਬਕਵਾਦ ਲਾਇਓ, ਕਿਉਂ ਬਕਵਾਸ ਕਰਦਾ ਹੈ? ਤਾੜਨਾ ਹੈ। ਜੇ ਬੋਲਣਾ ਕਿਸੇ ਸੁਰਤਾਲ ਵਿੱਚ ਬੋਲ, ਕਿਸੇ ਮਰਜ਼ਾਦਾ ਵਿੱਚ ਬੋਲ। ਬੋਲਣ ਦਾ ਢੰਗ ਸਿੱਖ, ਕਿਵੇਂ ਬੋਲਣਾ ਹੈ। ਜੰਮਦਾ ਬੱਚਾ ਆਪਣੇ ਆਪ ਥੋੜ੍ਹੀ ਬੋਲਣ ਲੱਗ ਜਾਂਦਾ ਹੈ, ਮਾਂ ਸਿਖਾਲਦੀ ਹੈ ਉਹਨੂੰ ਬੋਲਣਾ। ਜਗਿਆਸੂ ਵੀ ਇਸੇ ਤਰ੍ਹਾਂ ਪ੍ਰਕਾਰ ਹੈ, ਉਹਨੂੰ ਬੋਲਣਾ ਗੁਰੂ ਸਾਹਿਬ ਮਾਂ ਦੀ ਤਰ੍ਹਾਂ ਸਿਖਾਲਦੇ ਹੈ। ਉਹ ਭਗਤਾਂ ਦੇ ਰੂਪ ਵਿੱਚ ਹੋ ਕੇ, ਉਹ ਕਿਸੇ ਹੋਰ ਢੰਗ ਤਰੀਕੇ ਦੇ ਨਾਲ। ਤੇ ਜਗਿਆਸੂ ਨੇ ਪੁੱਛਿਆ ਵੀ ਬੋਲਣਾ ਕਿਵੇਂ ਚਾਹੀਦਾ ਜੀ, ਢੰਗ ਤਰੀਕਾ ਦੱਸੋ। ਬੋਲਣ ਲੱਗਿਆ ਕੀ ਕਹਿਣਾ ਚਾਹੀਦਾ ਸੀ, ਇਹ ਸਵਾਲ ਹੈ। ਇਸ ਸ਼ਬਦ ਦਾ ਅਨਮੀ ਰੀਤ ਦੇ ਅਨੁਸਾਰ ਜਿੱਥੋਂ ਵਿਆਖਿਆ ਸ਼ੁਰੂ ਹੁੰਦੀ ਹੈ ਉਹ ਰਹਾਉ ਦੀ ਤੁਕ ਹੈ। ਰਹਾਉ ਦੀ ਤੁਕ ਵਿੱਚ ਜੋ ਲਿਖਿਆ, ਬਾਬਾ ਬੋਲਣਾ ਕਿਆ ਕਹੀਏ। ਬਾਬਾ ਫਾਰਸੀ ਦਾ ਸ਼ਬਦ ਹੈ। ਇਹਦੇ 4-5 ਅਰਥ ਨੇ। ਬਾਬਾ ਬਜ਼ੁਰਗੀ ਦਾ ਵਾਚਕ ਵੀ ਹੈ, ਬਾਬਾ ਭਾਈ ਦਾ ਵੀ ਵਾਚਕ ਹੈ, ਹੇ ਭਾਈ। ਤੇ ਕਬੀਰ ਸਾਹਿਬ ਨੂੰ ਪੁੱਛਦਾ ਹੈ ਕਿ ਹੇ ਬਜ਼ੁਰਗੋ, ਕਿਉਂਕਿ ਕਬੀਰ ਸਾਹਿਬ ਦੀ 120 ਵਰ੍ਹੇ ਦੀ ਉਮਰ ਹੋਈ। ਸੰਸਾਰ ਦੇ ਅੰਦਰ ਜਿਹੜੀ ਸਰੀਰਕ ਉਮਰ ਹੈ ਨਾ, ਬੜੀ ਲੰਮੀ ਹੋਈ ਹੈ ਇਸ ਭਗਤ ਦੀ। 106 ਵਰ੍ਹੇ ਦੀ ਉਮਰ ਵਿੱਚ, ਥੋੜ੍ਹੀ ਨਹੀਂ ਹੁੰਦੀ, 106 ਵਰ੍ਹੇ ਦੀ ਉਮਰ ਵਿੱਚ ਕਬੀਰ ਸਾਹਿਬ ਬਿਲਕੁਲ ਚੰਗੇ ਭਲੇ ਤੁਰੇ ਫਿਰਦੇ ਸੀ, ਯਾਤਰਾ ਕਰਦੇ ਸੀ। ਇਹ ਇਤਿਹਾਸ ਹੈ ਕਬੀਰ ਦਾ। 106 ਵਰ੍ਹੇ ਦੀ ਉਮਰ ਦੇ ਵਿੱਚ ਆਪ ਜੀ ਦਾ ਮਿਲਾਪ ਹੋਇਆ ਗੁਰੂ ਨਾਨਕ ਦੇ ਨਾਲ। ਉਦੋਂ ਗੁਰੂ ਨਾਨਕ ਦੀ 38 ਵਰ੍ਹੇ ਦੀ ਉਮਰ ਸੀ। ਕਾਂਸੀ ਦੇ ਕੋਲ ਪੂਸਾ ਪਿੰਡ ਹੈ, ਜਿੱਥੇ ਗੁਰੂ ਨਾਨਕ ਦਾ ਤੇ ਕਬੀਰ ਦਾ ਮਿਲਾਪ ਹੁੰਦਾ ਹੈ। ਤੇ ਕੁਝ ਸਾਡੇ ਵਿਦਵਾਨ ਜਿਹੜੇ ਪਾਧਿਆਂ ਦੀ ਤਰ੍ਹਾਂ ਗਿਣਤੀਆਂ ਮਿਣਤੀਆਂ ਕਰਨ ਵਾਲੇ ਨੇ, ਉਹ ਇਹ ਇਤਰਾਜ਼ ਕਰਦੇ ਜੀ ਕਬੀਰ ਸਾਹਿਬ ਤੋਂ ਪਹਿਲਾਂ ਹੋ ਚੁੱਕਿਆ ਸੀ, ਗੁਰੂ ਨਾਨਕ ਸਾਹਿਬ ਤੋਂ ਬਾਅਦ ਵਿੱਚ ਹੋਏ। ਪਰ ਜਦੋਂ ਤੁਸੀਂ ਕਬੀਰ ਪੰਥੀਆਂ ਦੇ ਵਿੱਚ
ਕਬੀਰ ਦੇ ਚੇਲੇ ਦੀ ਲਿਖੀ ਹੋਈ ਸਾਖੀ, ਜਿਸ ਨੂੰ ਕਬੀਰ ਸਾਹਿਬ ਦਾ ਇੱਕ ਸ਼ਿਸ਼ ਲਿਖਦਾ ਹੈ, ਲਹਿਣਾ ਸੁਣੇ ਲਿਖਿਆ, ਤੇ ਇੱਕ ਕਬੀਰ ਦਾ ਹੋਰ ਸ਼ਿਸ਼ ਹੋਇਆ, ਉਹਨੇ ਲਿਖਿਆ ਹੈ। ਕਬੀਰ ਚੌਰਾ ਨਾਮ ਦਾ ਕਾਂਸੀ ਦੇ ਵਿੱਚ ਅਸਥਾਨ ਬਣਿਆ ਹੋਇਆ ਹੈ, ਤੇ ਉਸ ਦੀ ਤਾਰੀਖ ਦੇ ਅਨੁਸਾਰ ਇਹ ਉੱਥੋਂ ਤਸਦੀਕ ਹੁੰਦੀ ਹੈ। ਉਹਦੇ ਵਿੱਚ ਲਿਖਿਆ ਹੋਇਆ ਤਾਰੀਖ ਦੇ ਵਿੱਚ ਕਿ ਗੁਰੂ ਨਾਨਕ ਦਾ ਔਰ ਕਬੀਰ ਸਾਹਿਬ ਦਾ ਮਿਲਾਪ ਹੋਇਆ, ਔਰ ਇਹ ਦੱਸਿਆ ਵੀ ਮਿਲਾਪ 8 ਦਿਨ ਗੁਰੂ ਸਾਹਿਬ ਤੇ ਕਬੀਰ ਸਾਹਿਬ ਇਕੱਠੇ ਰਹੇ। ਇਸ ਤੋਂ ਪਹਿਲਾਂ ਕਬੀਰ ਸਾਹਿਬ ਹਠ ਯੋਗੀ ਸਨ, ਉਹ ਯੋਗ ਅਭਿਆਸ ਕਰਦੇ ਸਨ, ਇਸ ਕਰਕੇ ਉਹਨਾਂ ਦੀ ਲੰਮੀ ਉਮਰ ਦਾ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਦੇ ਮਿਲਾਪ ਤੋਂ ਬਾਅਦ ਕਬੀਰ ਨੇ ਰੂਹਾਨੀਅਤ ਦੇ ਵਿੱਚ ਉਹ ਤਰੱਕੀ ਕੀਤੀ ਜਿਹੜੀ 106 ਸਾਲ ਵਿੱਚ ਕਬੀਰ ਨੂੰ ਤਰੱਕੀ ਨਹੀਂ ਹੋਈ, ਤੇ ਗੁਰੂ ਨਾਨਕ ਨੇ ਉਹ ਤਰੱਕੀ 8 ਦਿਨਾਂ ਦੇ ਵਿੱਚ ਬਖਸ਼ ਦਿੱਤੀ ਉਸ ਨੂੰ। ਔਰ ਫਿਰ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਕਹਿ ਦਿੱਤਾ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹ ਮਿਲਿਆ, ਮੈਨੂੰ ਸਾਧੂ ਰੂਪ ਦੇ ਅੰਦਰ ਗੁਰੂ ਨਾਨਕ ਮਿਲਦਾ ਹੈ, ਔਰ ਉਹ ਵੀ ਕੰਸੀ ਵਿੱਚ ਆ ਕੇ ਆਪ ਮਿਲਿਆ ਗੁਰੂ ਨਾਨਕ। ਏਕ ਜੋ ਸਾਧੂ ਮੋਹ ਮਿਲਿਆ, ਤਿੰਨ ਲੀਆ ਅੰਚਲ ਲਾਏ, ਮੈਨੂੰ ਆਪਣੇ ਪੱਲੇ ਲਾ ਲਿਆ ਗੁਰੂ ਨਾਨਕ ਨੇ। ਫਿਰ ਉਹ ਆਪਣੇ ਗੁਰੂ ਦੀ ਗੱਲ ਜਿੱਥੇ ਰਾਮਾਨੰਦ ਦੀ ਕਰਦੇ ਨੇ, ਬਾਣੀ ਦੇ 'ਚ ਉਹ ਗੁਰੂ ਨਾਨਕ ਦੀ ਗੱਲ ਵੀ ਬੜੇ ਤਰੀਕੇ ਨਾਲ ਕਰਦੇ ਨੇ। ਕਹਿੰਦਾ ਗੁਰੂ ਤਾਂ ਮੈਨੂੰ ਪਹਿਲਾਂ ਵੀ ਮਿਲਿਆ ਸੀ ਰਾਮਾਨੰਦ, ਪਰ ਕਹਿੰਦੇ ਪੂਰਨ ਨਹੀਂ ਸੀ। ਪੂਰਾ ਗੁਰੂ ਮਿਲਿਆ ਗੁਰੂ ਨਾਨਕ, ਸੱਚਾ ਗੁਰੂ ਮਿਲਿਆ ਗੁਰੂ ਨਾਨਕ, ਜਿਹਦੇ ਵਿੱਚ ਜਾਤੀ ਦਾ ਵਿਤਕਰਾ ਨਹੀਂ ਸੀ। ਰਾਮਾਨੰਦ ਦੇ ਅੰਦਰ ਜਾਤੀ ਦਾ ਵਿਤਕਰਾ ਸੀ, ਇਸ ਕਰਕੇ ਉਨੀ ਸੰਪੂਰਨਤਾ ਗੁਰੂ ਨਾਨਕ ਵਰਗੀ ਨਹੀਂ। ਸਭ ਤੋਂ ਵੱਡਾ ਸਤਿਗੁਰੂ ਨਾਨਕ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਮੈਨੂੰ ਮਿਲਿਆ ਸੱਚਾ ਗੁਰੂ। ਇਹ ਗੁਰੂ ਨਾਨਕ ਵੱਲ ਇਸ਼ਾਰਾ ਕਰਦਾ ਕਬੀਰ। ਇਸ ਕਰਕੇ ਕਬੀਰ ਸਾਹਿਬ ਦੇ ਪਾਵਨ ਸ਼ਬਦ, ਜਿਨ੍ਹਾਂ ਨੇ ਗੁਰੂ ਨਾਨਕ ਤੋਂ ਸਿੱਖਿਆ ਲੈ ਕੇ, ਮਹਾਰਾਜ ਨੇ ਕਿਹਾ ਸੀ ਕਬੀਰ ਸਾਹਿਬ ਸਹਿਜ ਦੇ ਵਿੱਚ ਆਉਣਾ ਕਰ, ਇਹ ਰਾਜ ਯੋਗ ਬਲ ਆ, ਸਹਿਜ ਕੇ ਪਾਵੜੇ ਪਗ ਧਰ ਲੀਜੈ। ਇੱਧਰ ਆ ਜਾ ਹੁਣ ਤੂੰ। ਦੀਵਾ ਬੱਤੀ ਸਭ ਕੁਝ ਤਿਆਰ ਸੀ। ਸਾਡੇ ਦੇਸ਼ ਦੇ ਭਗਤਾਂ ਦੇ ਵਿੱਚ ਕਬੀਰ ਸਾਹਿਬ ਦਾ ਜਿਹੜਾ ਸਥਾਨ ਹੈ ਉਹ ਕਿਸੇ ਦੂਸਰੇ ਭਗਤ ਦਾ ਨਹੀਂ ਹੈ, ਜਿਨ੍ਹਾਂ ਨੇ 7 ਲੱਖ ਪ੍ਰਾਣੀਆਂ ਨੂੰ ਉਹਨਾਂ ਸਮਿਆਂ ਦੇ ਅੰਦਰ, ਜਦੋਂ ਉਹਨਾਂ ਕੋਲ ਕੋਈ ਸਾਧਨ ਨਹੀਂ ਸੀ, ਘਰ ਦੇ 'ਚ ਗਰੀਬੀ ਹੈ, ਕੋਈ ਰੋਟੀ ਕਦੇ ਪੱਕਦੀ ਹੈ ਕਦੇ ਨਹੀਂ ਪੱਕਦੀ, ਤੇ ਸਾਧਨ ਕੋਈ ਨਹੀਂ ਜਾਣਦਾ, ਨਾ ਰੇਲ ਗੱਡੀਆਂ ਸੀ ਨਾ ਮੋਟਰ ਗੱਡੀਆਂ ਸੀ। ਤੇ ਉਸ ਵੇਲੇ ਪਿੰਡਾਂ ਦੇ ਵਿੱਚ, ਨਗਰਾਂ 'ਚ, ਸ਼ਹਿਰਾਂ 'ਚ ਜਾ ਕੇ ਪ੍ਰਚਾਰ ਕਰਕੇ 7 ਲੱਖ ਪ੍ਰਾਣੀਆਂ ਨੂੰ ਰੱਬ ਨਾਲ ਜੋੜ ਦੇਣਾ ਕਬੀਰ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕਬੀਰ ਸਾਹਿਬ ਸਾਡਾ ਆਪਣਾ, ਜਿਹਨੇ ਗੁਰੂ ਨਾਨਕ ਦੀ ਸਿੱਖੀ ਧਾਰਨ ਕੀਤੀ ਹੈ। ਜਿਵੇਂ ਮੁਸਲਮਾਨਾਂ ਦੇ ਅੰਦਰ ਕਾਜੀ ਰੁਕਮਦੀਨ, ਉਹਨੂੰ ਭਾਈ ਰੁਕਮਦੀਨ ਕਹਿਣਾ ਵਾਜਬ ਹੈ। ਇਹ ਗੁਰੂ ਨਾਨਕ ਦਾ ਸਿੱਖ ਵੀ ਹੋਇਆ, ਔਰ ਗੁਰੂ ਨਾਨਕ ਦੇ ਸਿੱਖਾਂ 'ਚ ਸਭ ਤੋਂ ਪਹਿਲਾਂ ਸ਼ਹੀਦੀ ਦੇਣ ਵਾਲਾ ਸਿੱਖ ਵੀ ਹੋਇਆ। ਅਫਸੋਸ ਹੈ ਕਿ ਸਾਨੂੰ ਉਹ ਪੁਸਤਕਾਂ ਪ੍ਰਾਪਤ ਨਹੀਂ ਹੋਈਆਂ। ਦਾਸ ਨੇ ਯਤਨ ਕੀਤਾ, ਮੱਕੇ ਦੀ ਲਾਇਬ੍ਰੇਰੀ ਤੱਕ ਪਹੁੰਚ ਕੀਤੀ, ਉੱਥੇ ਦੇ ਇੰਚਾਰਜ ਨਾਲ ਗੱਲ ਕੀਤੀ, ਉੱਥੇ ਦੀ ਫਰੋਲਾ ਫਰਾਲੀ ਅਜੇ ਵੀ ਜਾਰੂ ਆ। ਉਹ ਕਹਿੰਦੇ ਵੀ ਪੁਸਤਕਾਂ ਹੀ ਇੰਨੀਆਂ ਪਈਆਂ ਨੇ, ਉੱਥੇ ਪਹੁੰਚ ਕਰਨੀ ਕੋਈ ਸੌਖੀ ਜਿਹੀ ਬਾਤ ਨਹੀਂ ਸੀ। ਇਹਦੇ ਵਿੱਚ ਸਹਾਇਤਾ ਕਰਨ ਵਾਲੇ ਉਸ ਮੁਸਲਮਾਨ ਵੀਰ ਦਾ ਮੈਂ ਸਦਾ ਹੀ ਰਿਣੀ ਰਹੂੰਗਾ, ਜਿਹਨੇ ਮੇਰੇ ਸਾਹਮਣੇ ਫ਼ੋਨ ਕੀਤਾ ਕਿ ਵੀ ਇੱਥੇ 2 ਪੁਸਤਕਾਂ, ਫਕਰ ਬਾਬਾ ਨਾਨਕ ਔਰ ਤਾਰੀਖ-ਏ ਅਰਬ ਨਾਮ ਦੀਆਂ 2 ਪੁਸਤਕਾਂ ਨੇ, ਇਹ ਜਦੋਂ ਤੈਨੂੰ ਮਿਲ ਜਾਣ, ਇਹਦੀ ਸਾਨੂੰ ਫੋਟੋ ਸਟੇਟ ਚਾਹੀਦੀ।
ਤੁਸੀਂ ਹੈਰਾਨ ਹੋਗੇ, ਜੋ ਉਸ ਵੇਲੇ ਦਾ ਇਤਿਹਾਸ ਲਿਖਣ ਵਾਲਾ ਅੱਖੀਂ ਵੇਖ ਕੇ ਲਿਖਦਾ ਹੈ, ਉਹ ਚੀਜ਼ਾਂ ਸਾਡੇ ਇਤਿਹਾਸ ਵਿੱਚ ਵੀ ਨਹੀਂ ਮਿਲਦੀਆਂ। ਉਹਦੇ 'ਚੋਂ ਕੁਝ ਸਾਖੀਆਂ ਬਾਹਰ ਕੱਢੀਆਂ ਗਈਆਂ, ਪੁਸਤਕ ਦੇ ਰੂਪ ਵਿੱਚ ਵੀ ਆਈਆਂ। ਉਹ ਉਪਕਾਰ ਵੀ ਇੱਕ ਮੁਸਲਮਾਨ ਭਰਾ ਦਾ, ਜਿਹੜਾ ਗੁਰੂ ਨਾਨਕ ਦੀਆਂ ਸਾਖੀਆਂ ਪੜ੍ਹ ਕੇ ਗੁਰੂ ਨਾਨਕ ਦਾ ਸਿੱਖ ਬਣਿਆ ਅਤੇ ਅੰਮ੍ਰਿਤ ਛਕਿਆ। ਸੈਯਦ ਤੋਂ ਫਿਰ ਭਾਈ ਪ੍ਰਿਥੀਪਾਲ ਸੈਯਦ ਨਾਂ ਰੱਖਿਆ ਉਸਨੇ, ਬੜਾ ਪ੍ਰਚਾਰ ਕਰਦਾ ਰਿਹਾ। ਰਾਜਸਥਾਨ ਦੇ ਇਲਾਕੇ ਵਿੱਚ ਇਹ ਕਈ ਦਿਨ ਰਿਹਾ। ਉਸ ਵੇਲੇ ਦਾ ਇਹਦਾ ਲਿਖਿਆ ਜਿਹੜਾ ਕਿਤਾਬ 'ਚ ਹੈ, ਅਤੇ ਉੱਥੇ 6 ਸਟੇਟਾਂ ਦੇ ਵਿੱਚ ਮੇਰਾ ਇੱਕ ਵਿਦਿਆਰਥੀ ਬੜਾ ਪ੍ਰਚਾਰ ਕਰ ਰਿਹਾ ਹੈ, ਅਤੇ ਉਹਨੂੰ ਦੀ ਡਿਊਟੀ ਲਾਈ ਸੀ ਵੀ ਇਹਨੂੰ ਲੱਭ ਅਤੇ ਸੰਭਾਲ। ਬੜੀਆਂ ਕੰਮ ਦੀਆਂ ਗੱਲਾਂ ਉਹਦੇ ਵਿੱਚ। ਤੋ ਇਸ ਕਰਕੇ ਕਬੀਰ ਸਾਹਿਬ ਦੀਆਂ ਜਿਹੜੀਆਂ ਪ੍ਰਾਪਤੀਆਂ, ਉਹਨਾਂ ਦੇ ਅੱਗੇ ਸੀਸ ਝੁਕਦਾ ਹੈ। ਅੱਵਲ ਭਗਤ ਕਬੀਰ ਹੈ, ਦੂਜਾ ਰਾਮਾਨੰਦ। ਅਤੇ ਕਬੀਰ ਸਾਹਿਬ ਨੂੰ ਜਗਿਆਸੂ ਨੇ ਪੁੱਛਿਆ, ਬਾਬਾ ਹੇ ਬਜ਼ੁਰਗੋ, ਕਿਸ ਢੰਗ ਨਾਲ ਬੋਲਣਾ ਚਾਹੀਦਾ? ਬੋਲਣ ਦੇ ਵਿੱਚ ਕੀ ਕਹਿਣਾ ਚਾਹੀਦਾ? ਬੋਲਣ ਨੂੰ ਤਾਂ ਜਾਨਵਰ ਵੀ ਬੋਲੀ ਜਾ ਰਹੇ ਨੇ। ਜੇ ਬੰਦਾ ਵੀ ਇੱਕ ਜਾਨਵਰਾਂ ਦੀ ਤਰ੍ਹਾਂ ਬੋਲਦਾ ਹੈ, ਕਈ ਵਾਰੀ ਤੁਸੀਂ ਵੀ ਦੇਖੇ ਹੋਣਗੇ ਅਜਿਹੇ ਲੋਕ। ਕੈਨੇਡਾ ਦੀ ਗੱਲ ਹੈ, ਵੈਨਕੂਵਰ ਦੀ, ਬਹੁਤ ਸਾਲ ਹੋ ਗਏ। ਇੱਕ ਗੋਰਿਆਂ ਦਾ ਨੌਜਵਾਨ ਬੱਚਾ ਸਾਡੇ ਕੋਲ ਦੀ ਗੱਡੀ ਲੰਘਣ ਲੱਗੀ, ਤੁਸੀਂ ਯਕੀਨ ਕਰਿਓ ਵੀ ਬਿਲਕੁਲ ਜਿਵੇਂ ਕੁੱਤਾ ਭੌਂਕਦਾ ਹੁੰਦਾ ਨਾ, ਬਹੂੰ 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 ਕੀਤਾ ਉਹਨੇ। ਔਰ ਮੈਨੂੰ ਲੱਗਿਆ ਵੀ ਕੁੱਤਾ ਭੌਂਕਦਾ, ਵੀ ਸ਼ਾਇਦ ਗੱਡੀ ਵਿੱਚ ਕੁੱਤਾ ਹੈ। ਉਹ ਮੈਂ ਦੇਖ ਕੇ ਮੈਂ ਕਿਹਾ, ਕਹਿੰਦਾ ਬਾਬਾ ਜੀ ਕੀ ਦੇਖਦੇ ਹੋ? ਮੈਂ ਕਿਹਾ ਜੀ ਕੁੱਤੇ ਦੀ ਆਵਾਜ਼ ਆਈ ਸੀ, ਪਰ ਕੁੱਤਾ ਹੈ ਦਿਸਦਾ ਨਹੀਂ। ਕਹਿੰਦੇ ਦਿਸਦਾ ਕਿ ਉਹਨੇ ਇਹ ਕੁੱਤਾ ਹੀ ਸੀ ਕਿ ਜਿਹੜਾ ਜਾ ਰਿਹਾ ਸੀ। ਇਹਨਾਂ ਦੇ ਵਿੱਚ ਵੀ ਹੈਗੇ, ਸਾਡੇ 'ਚ ਵੀ ਹੈਗੇ, ਸਾਰਿਆਂ ਥਾਵਾਂ 'ਤੇ ਹੈਗੇ। ਬੇਫਾਇਦਾ ਭੌਂਕਣ ਵਾਲੇ ਨੂੰ ਏਕ ਭਗਤ ਭਗਵਾਨ ਜੇ ਪ੍ਰਾਨੀ ਕੇ ਨਾਹੇ ਮਨ, ਜੈਸੇ ਸੂਕਰ ਸੁਆਨ ਨਾਨਕ ਮਾਨੋ ਹੈ। ਸਰੀਰ ਹੈ ਮਨੁੱਖ। ਬਾਬਾ ਬੋਲਣਾ ਕਿਆ ਕਹੀਏ, ਕੀ ਕਹੀਏ ਬੋਲਣ ਵਿੱਚ? ਇਹ ਸਵਾਲ ਹੈ, ਇਹ ਪ੍ਰਸ਼ਨ ਹੈ ਜਗਿਆਸੂ ਦਾ ਕਿ ਮੈਨੂੰ ਬੋਲਣ ਦਾ ਢੰਗ ਦੱਸੋ ਜੀ, ਮੈਂ ਕਿਵੇਂ ਬੋਲਾਂ? ਅਤੇ ਉੱਤਰ ਕੀ ਮਿਲਿਆ? ਜੈਸੇ ਰਾਮ ਨਾਮ ਰਵ ਰਹੀ ਹੈ। ਭਾਈ ਜਦੋਂ ਬੋਲੋ, ਤੁਹਾਡੀ ਬੋਲਣ ਦੇ ਵਿੱਚ ਕਿਤੇ ਨਾ ਕਿਤੇ ਪਰਮਾਤਮਾ ਦਾ ਰਾਮ ਜੋ ਰਮਿਆ ਹੋਇਆ ਵਿਆਪਕ ਹੈ, ਉਹਦੇ ਵਿੱਚ ਮਿਲਾਪ ਦੀ ਗੱਲ ਹੋਵੇ ਤੁਹਾਡੇ ਬੋਲਣ ਵਿੱਚ। ਦੇਖੋ ਉਹ ਕਬੀਰ ਸਾਹਿਬ ਨੇ ਤਾਂ ਉਹੀ ਗੱਲ ਕਹਿਣੀ ਜਿਹੜੀ ਉਹਦੀ ਅਵਸਥਾ ਟਿਕੀ ਹੋਈ ਹੈ। ਕਬੀਰ ਜਦੋਂ ਵੀ ਬੋਲਦਾ ਉਹ ਬੇਫਾਇਦਾ ਬੋਲਦਾ ਨਹੀਂ। ਜੇਤਾ ਬੋਲਣ ਤੇਤਾ ਗਿਆਨ। ਉਹ ਜਦੋਂ ਬੋਲਦਾ ਗਿਆਨ ਦੀ ਗੱਲ ਬੋਲਦਾ, ਜਦੋਂ ਬੋਲਦਾ ਰੱਬ ਦੇ ਨਾਂ ਦੀ ਗੱਲ ਬੋਲਦਾ। ਇਸ ਸ਼ਬਦ ਦਾ ਰਹਾਉ ਵਾਲੀ ਤੁਕ ਵਿੱਚ ਪ੍ਰਸ਼ਨ ਹੋਣ ਕਰਕੇ ਆਪਾਂ ਉਹਦਾ ਸੰਖੇਪ ਵਿਚਾਰ ਕੀਤਾ ਹੈ। ਇਹਦੇ 'ਚ ਪਹਿਲਾਂ ਹੁਣ ਮੰਗਲ ਹੈ, ਭਾਈ ਸਾਹਿਬ ਜੀ ਮੰਗਲ ਉਚਾਰਨ ਕਰਨਗੇ। ਪਹਿਲਾਂ ਮੰਗਲ ਦੇ ਅਰਥ ਹੋਣਗੇ, ਅਤੇ ਉਸ ਤੋਂ ਬਾਅਦ ਫਿਰ ਅੱਗੇ ਕਬੀਰ ਸਾਹਿਬ ਦੇ ਜੋ ਸ਼ਬਦ ਵਿੱਚ ਉਪਦੇਸ਼ ਹੈ ਉਸ ਦੀ ਵਿਚਾਰ। ਹਾਂਜੀ ਬੋਲੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਇੱਥੋਂ ਜੀ, ਆਹ ਤਾਂ ਹੋ ਗਏ, ਇਹ ਹੋ ਗਏ ਇੱਥੋਂ ਇੱਕ ਓਂਕਾਰ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਸਾਸਨੀ ਮੰਗਲ ਹੈ। ਅਤੇ ਮੰਗਲ ਜਿਹੜੇ ਨੇ 4 ਪ੍ਰਕਾਰ ਦੇ ਹੁੰਦੇ ਹੈ। ਇੱਕ ਮੰਗਲ ਨੂੰ ਕਿਹਾ ਜਾਂਦਾ ਵਸਤੂ ਨਿਰਦੇਸ਼ਕ ਮੰਗਲ। ਦੂਸਰੇ ਨੂੰ ਕਿਹਾ ਜਾਂਦਾ ਹੈ ਆਸ਼ੀਰਵਾਦ ਆਤਮਿਕ ਮੰਗਲ। ਤੀਸਰਾ ਨਮਸਕਾਰ ਆਤਮਿਕ ਮੰਗਲ। ਵਸਤੂ ਨਿਰਦੇਸ਼ਕ ਮੰਗਲ, ਨਮਸਕਾਰ ਆਤਮਿਕ ਮੰਗਲ ਅਤੇ ਆਸ਼ੀਰਵਾਦ ਆਤਮਿਕ ਮੰਗਲ ਪ੍ਰਾਚੀਨ ਗ੍ਰੰਥਾਂ ਵਿੱਚ ਕੇਵਲ 3 ਹੀ ਲਿਖੇ ਹੋਏ ਹੈ। ਸੰਸਕ੍ਰਿਤ ਦੇ ਗ੍ਰੰਥਾਂ 'ਚ ਮੰਗਲ 3 ਪ੍ਰਕਾਰ ਦੇ ਲਿਖਿਆ ਹੋਇਆ। ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਕੂਲ ਵਿੱਚ ਜਿਹੜੀ ਪੜ੍ਹਾਈ ਹੈ, ਸੰਪਰਦਾ ਦਮਦਮੀ ਟਕਸਾਲ ਦੇ ਗਿਆਨੀ ਸਿੰਘ ਸਾਹਿਬਾਨ ਮਹਾਂਪੁਰਸ਼
4 ਪ੍ਰਕਾਰ ਦਾ ਮੰਗਲ ਸਿੱਧ ਕਰਦੇ ਆ। ਔਰ ਮੈਂ ਇੱਕ ਵਾਰੀ ਖੁਦ ਆਪਣੇ ਮਹਾਂਪੁਰਸ਼ ਦੇ ਕੋਲੋਂ, ਜਿਵੇਂ ਭਾਈ ਸਾਹਿਬ ਕਥਾ ਦਾ ਪਾਠ ਬੋਲਦੇ, ਮੈਂ ਕਥਾ ਦਾ ਪਾਠ ਬੋਲ ਰਿਹਾ ਸੀ, ਸ਼ਬਦ ਆਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੰਸਕ੍ਰਿਤ ਦਾ, ਜਿਹਨੇ ਸੰਸਕ੍ਰਿਤ ਦੀ ਡਬਲ MA ਕੀਤੀ ਹੋਈ ਸੀ, ਉਹ ਮਹਾਤਮਾ ਸਾਡੇ ਸਾਹਮਣੇ ਬੈਠਾ। ਜਦੋਂ ਮਹਾਂਪੁਰਸ਼ਾਂ ਨੇ ਅਰਥ ਕੀਤੇ ਤੇ ਸਿੱਧ ਕੀਤਾ ਕਿ ਮੰਗਲ 4 ਪ੍ਰਕਾਰ ਦਾ ਹੈ, ਉਹ ਮਹਾਂਪੁਰਸ਼ ਹੱਥ ਜੋੜ ਗਿਆ, ਕਹਿੰਦਾ ਸਾਰੀ ਜ਼ਿੰਦਗੀ ਕਹਿੰਦਾ ਡਿਗਰੀਆਂ ਵੀ ਪ੍ਰਾਪਤ ਕੀਤੀਆਂ, ਅੱਜ ਪਹਿਲੀ ਵਾਰ ਕਹਿੰਦੇ ਸੁਣਿਆ ਹੈ, ਔਰ ਇਕੱਲਾ ਸੁਣਿਆ ਹੀ ਨਹੀਂ, ਮਹਾਂਪੁਰਸ਼ਾਂ ਨੇ ਸਿੱਧ ਕਰ ਦਿੱਤਾ। ਸਿੱਧ ਕੈਸੇ ਕੀਤਾ? ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹਦੇ 4 ਮੰਗਲ ਨੇ। ਡੰਡੌਤ ਬੰਦਨ ਅਨਕ ਵਾਰ ਨਮਸਕਾਰਾਤਮਕ ਮੰਗਲ ਹੈ। ਨਮਸਕਾਰ ਆਪਣੇ ਈਸ਼ਟ ਨੂੰ ਮੱਥਾ ਟੇਕਿਆ ਗਿਆ। ਸਰਬ ਕਲਾ ਸਮਰੱਥ, ਇਹ ਵਸਤੂ ਨਿਰਦੇਸ਼ਕ ਮੰਗਲ ਹੈ, ਜਿਹਦੇ 'ਚ ਨਮਸਕਾਰ ਵੀ ਕੀਤੀ ਜਾਏ ਤੇ ਨਾਲ ਨਿਰਣਾ ਵੀ ਹੋਵੇ। ਨਿਰਣੇ ਸਹਿਤ ਨਮਸਕਾਰ ਹੋਵੇ, ਨਿਰਣਾ ਵੀ ਹੋਵੇ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਆਸ਼ੀਰਵਾਦਾਤਮਕ ਮੰਗਲ ਹੈ ਕਿ ਮਹਾਰਾਜ ਨੂੰ ਵੀ ਵਿਸ਼ੇ ਵਿਕਾਰਾਂ 'ਚ ਡੋਲਣ ਤੋਂ ਬਚਾ ਲਿਓ। ਇਹ ਆਸ਼ੀਰਵਾਦ ਹੈ ਗੁਰੂ ਵੱਲੋਂ, ਆਸ਼ੀਰਵਾਦ ਆਤਮਿਕ ਮੰਗਲ। ਨਾਨਕ ਦੇ ਕਰ ਹੱਥ, ਇਹ ਚੌਥਾ ਮੰਗਲ ਹੈ, ਆਤਮ ਚਿੰਤਨ ਮੰਗਲ। ਆਪਣੀ ਆਤਮਾ ਦਾ ਬ੍ਰਹਮ ਰੂਪ ਕਰਕੇ ਚਿੰਤਨ ਕਰਨਾ, ਉਹਦਾ ਮੰਗਲ ਕਰਨਾ, ਮੰਗਲ ਜਸ ਦਾ ਨਾਮ ਹੁੰਦਾ ਹੈ। ਜਸ ਰੂਪ ਨਿਰਣਾ ਹੋਵੇ, ਵਸਤੂ ਨਿਰਦੇਸ਼ਕ ਮੰਗਲ। ਇਹਦੇ ਵਿੱਚ ਨਾਲੇ ਤਾਂ ਜਸ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਔਰ ਨਾਲੇ ਨਿਰਣਾ ਵੀ ਹੈ। ਦੇਖੋ, ਜੈਸਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਤੁਹਾਨੂੰ ਵੀ ਸਾਰੀ ਜ਼ਿੰਦਗੀ ਪਾਠ ਕਰਦੇ ਰਹੋ, ਕੀਰਤਨ ਕਰਦੇ ਰਹੋ, ਸੁਣਦੇ ਰਹੋ, ਗਿਆਨ ਵਿੱਚ ਵਾਧਾ ਨਹੀਂ ਹੋਏਗਾ ਰਾਈ ਦੇ ਨਾਵੇ। ਗਿਆਨ ਵਿੱਚ ਵਾਧਾ ਹੋਏਗਾ ਕਥਾ ਦੁਆਰਾ, ਵਿਆਖਿਆ ਦੁਆਰਾ। ਇਹ ਨਿਯਮ ਹੈ। ਇਸ ਕਰਕੇ ਇਹਨੂੰ ਵਸਤੂ ਨਿਰਦੇਸ਼ਕ ਮੰਗਲ ਕਹਿੰਦੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਮੰਗਲ ਹੈ ਜਿਹੜਾ ਸਭ ਤੋਂ ਵੱਧ ਵਾਰ ਆਉਣ ਵਾਲਾ ਹੈ। ਤੁਹਾਡੇ ਵਿੱਚ ਜਿਹੜਾ ਕੋਈ ਵਿਦਵਾਨ ਬੈਠਾ ਹੋਵੇ ਜਾਂ ਮੇਰੀ ਆਵਾਜ਼ ਸੁਣਦਾ ਹੋਵੇ, ਮੈਂ ਸਿਰਫ ਉਹਨੂੰ ਇੱਕ ਬੇਨਤੀ ਕਰਨ ਲੱਗਾ, ਆਮ ਸਰੋਤਿਆਂ ਨੂੰ ਨਹੀਂ। ਜਿਨ੍ਹਾਂ ਨੂੰ ਪੜ੍ਹਨ ਦਾ ਸੁਭਾਅ ਹੈ, ਉਹਨੂੰ ਕਿਤੇ ਮੇਰੀ ਗੱਲ 'ਤੇ ਸ਼ੰਕਾ ਪੈ ਸਕਦੀ ਹੈ ਅਣਜਾਣਪਣੇ ਵਿੱਚ। ਮੈਂ ਉਹ ਸ਼ੰਕਾ ਦਾ ਸਮਾਧਾਨ ਨਾਲ ਦੀ ਨਾਲ ਕਰਨਾ ਚਾਹੁੰਦਾ। ਉਹ ਕੀ ਹੈ? ਬਹੁਤ ਸਾਰੇ ਵਿਦਵਾਨਾਂ ਨੇ, ਸੈਂਕੜੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੰਗਲ ਜਿਹੜੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖਿਆ, ਇਹ ਲਿਖਿਆ ਵੀ 522 ਵਾਰ ਆਉਂਦਾ ਹੈ। ਕੁਛ ਵਿਦਵਾਨਾਂ ਨਾਲ ਮੈਂ ਵੀ ਗੱਲ ਕੀਤੀ ਵੀ ਇਹ 522 ਵਾਰ ਲਿਖਿਆ ਤੁਹਾਡਾ, ਇਹ ਗਲਤ ਹੈ, ਇਹਨੂੰ ਦੁਰਸਤ ਕਰੋ। ਸੈਂਕੜੇ ਲੋਕਾਂ ਦੇ ਦਿਮਾਗ ਖਰਾਬ ਕਰ ਦਿੱਤੇ ਤੁਸੀਂ ਇੱਕ ਗਲਤੀ ਦੇ ਨਾਲ। ਵੀ ਅਸੀਂ 4 ਵਾਰ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਮੰਗਲਾਂ ਦੀ ਗਿਣਤੀ ਕੀਤੀ, 4 ਦਿਨ ਇਸ ਗੱਲ 'ਤੇ ਹੀ ਲਾ ਦਿੱਤੇ, ਤੇ ਉਸ ਗਿਣਤੀ ਦੇ 'ਚ ਫਿਰ ਪੂਰੀ ਲਿਸਟ ਤਿਆਰ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਕਿਸ ਅੰਗ ਦੇ ਉੱਤੇ, ਕਿਸ ਰਾਗ ਤੋਂ ਪਹਿਲਾਂ, ਕਿਸ ਰਾਗ ਤੋਂ ਪਿੱਛੋਂ ਇਹ ਮੰਗਲ ਵਰਤਿਆ ਗਿਆ ਹੈ। ਤੇ ਗੁਰੂ ਪਿਆਰਿਓ 524 ਵਾਰ ਹੈ, 2 ਦਾ ਫਰਕ ਹੈ, 22 ਵਾਰ ਨਹੀਂ, 24 ਵਾਰ ਹੈ। ਜੇ ਮੈਂ ਇਕੱਲਾ ਹੀ ਇਹ ਕਹਿੰਦਾ ਵੀ 524 ਵਾਰ ਹੈ, ਕਹਿੰਦੇ ਲਓ ਜੀ ਇਹ ਰੰਧਾਵੇ ਵਾਲੇ ਨੇ ਨਵੀਂ ਗੱਲ ਕਰ ਦਿੱਤੀ। ਇਸ ਕਰਕੇ ਮੈਨੂੰ ਇਹ ਗੱਲ ਦੱਸਣੀ ਪਈ ਵੀ ਉਹ ਗਲਤੀ ਉਹਨਾਂ ਲਿਖਾਰੀਆਂ ਦੀ ਹੈ, ਤੇ ਇਹ ਲਿਸਟ ਦੇ ਮੁਤਾਬਕ ਤੁਸੀਂ ਸਾਰੇ ਅੰਗਾਂ 'ਤੇ ਆਪ ਜਾ ਸਕਦੇ ਹੋ। ਗੁਰਬਾਣੀ ਅਰਥ ਭੰਡਾਰ ਦੀ ਪਹਿਲੀ ਪੋਥੀ ਦੇਖ ਲਿਆ, ਇਹ ਮੰਗਲ 524 ਵਾਰ ਆਉਂਦਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੂਸਰਾ ਹੈਗਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਯਾਦ ਰੱਖਣਾ, ਮੂਲ ਮੰਤਰ ਨਹੀਂ, ਮੰਗਲ। ਮੰਗਲ ਤੇ ਮੂਲ ਮੰਤਰ ਚ ਅੰਤਰ ਹੈ। ਇਹਨੂੰ ਵਿਦਵਾਨ ਕਹਿੰਦੇ ਨੇ 33 ਵਾਰ ਆਉਂਦਾ ਹੈ, ਪਰ 32 ਵਾਰ ਆਉਂਦਾ ਹੈ। ਇੱਕ ਵਾਰ ਜਿਹੜਾ ਉਹ ਥੋੜ੍ਹਾ ਜਿਹਾ ਘਸੀਟ ਕੇ ਜੋੜਿਆ ਗਿਆ, ਉਹ ਅਸਲ ਦੇ ਵਿੱਚ ਮੂਲ ਮੰਤਰ ਦਾ ਹਿੱਸਾ ਹੈ।
ਉਹਦੇ ਨਾਲ 33 ਵਾਰ ਕਰ ਲੈਂਦੇ ਆ। ਅਤੇ ਤੀਸਰਾ ਮੰਗਲ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ ਸਿਰਫ 9 ਵਾਰ ਆਉਂਦਾ ਹੈ। ਚੌਥਾ ਮੰਗਲ ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ, ਇਹ ਸਿਰਫ 2 ਵਾਰ ਆਉਂਦਾ ਹੈ। 568 ਵਾਰ ਕੇਵਲ ਮੰਗਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਉਹਨਾਂ ਦੇ ਵਿੱਚੋਂ ਅੱਜ ਵਾਲਾ ਇੱਕ ਮੰਗਲ ਹੈ, ਇਹ ਹੈ ਵਸਤੂ ਨਿਰਦੇਸ਼ਕ ਮੰਗਲ। ਆਓ, ਕਿਉਂਕਿ ਅੱਜ ਪਹਿਲਾ ਦਿਨ ਹੈ ਅਤੇ ਮੈਂ ਪਿੰਡਾਂ ਦੇ ਵਿੱਚ ਜੰਮਿਆ ਅਤੇ ਪਿੰਡਾਂ 'ਚ ਪੜ੍ਹਿਆ, ਇਸ ਕਰਕੇ ਬੋਲੀ ਵੀ ਮੇਰੀ ਥੋੜ੍ਹੀ ਜਿਹੀ ਝਟਕਾ ਪੇਂਡੂ ਬੋਲੀ ਹੈ। ਮੈਂ ਪੋਚਮੀਆਂ ਜਿਹੀਆਂ ਗੱਲਾਂ ਮੈਨੂੰ ਪਸੰਦ ਵੀ ਹੈਗੀਆਂ, ਵੈਸੇ ਮੈਂ ਬੋਲ ਵੀ ਨਹੀਂ ਸਕਦਾ ਉੱਪਰ, ਇਹ ਵੀ ਗੱਲ ਹੈ ਨਾਲ। ਦੂਸਰਾ, ਮੇਰੀ ਝਟਕਾ ਪ੍ਰਮਾਣ ਹੁੰਦੇ ਜ਼ਿਆਦਾ। ਪੁਰਾਣੇ ਸਮੇਂ 'ਚ ਅਸੀਂ ਜਦੋਂ ਖੂਹ ਜੋੜਦੇ ਹੁੰਦੇ ਸੀ, ਬੈਲਾਂ ਦੇ ਨਾਲ ਖੂਹ ਜੋੜਦੇ ਸੀ ਨਾ, ਅਤੇ ਜਦੋਂ ਪਹਿਲੇ ਦਿਨ ਖੂਹ ਜੋੜਨਾ ਤਾਂ ਪਹਿਲੇ ਦਿਨ ਤਾਂ ਪਾਣੀ ਜਿਹੜਾ ਨਾ ਰਿਉਣਾ 'ਚ ਪਈ ਜਾਂਦਾ ਹੁੰਦਾ ਸੀ, ਖਾਲ ਚੇਠ ਦੀ ਮਰ ਜਾਂਦੇ ਸੀ। ਕਹਿੰਦੇ ਵੀ ਚਲੋ ਅੱਜ ਖਾਲ ਜਿਹੜੀ ਹੈ ਚੰਗੀ ਤਰ੍ਹਾਂ ਸਵਾਰੀ ਗਈ ਹੈ, ਖਾਲ ਮਾਂਜੀ ਗਈ, ਖਾਲ ਚੇਠੀ ਗਈ, ਅਤੇ ਪਾਣੀ ਕਿਆਰੇ 'ਚ ਪੈਂਦਾ ਹੋਗੇ ਅਤੇ ਕੱਲ੍ਹ ਨੂੰ ਸਿੱਧੇ ਹੀ ਕਿਆਰੇ 'ਚ ਜਾਊਗਾ। ਅਤੇ ਮੇਰੀ ਵੀ ਅੱਜ ਦੀ ਕਥਾ ਦੀ ਵਿਚਾਰ ਸਮਝ ਲਓ, ਅੱਜ ਤਾਂ ਮੈਂ ਖਾਲ ਹੀ ਮਾਂਜਦਾ ਰਿਹਾ ਅਤੇ ਪਾਣੀ ਤਾਂ ਕੱਲ੍ਹ ਤੋਂ ਖੇਤ ਵਿੱਚ ਜਾਊਗਾ ਜ਼ਿਆਦਾ ਸਿੱਧਾ, ਫਿਰ ਕੱਲ੍ਹ ਨੂੰ ਇਹ ਗੱਲਾਂ ਦੀ ਜ਼ਿਆਦਾ ਲੋੜ ਨਹੀਂ ਪਏਗੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਣਜਾਣਪਣੇ ਦੇ ਅੰਦਰ ਕੀਤੇ ਅਰਥ ਜਿਹੜੇ ਅਨਰਥ ਹੋ ਜਾਂਦਾ ਹੈ ਗੁਰੂ ਪਿਆਰਿਓ, ਅਤੇ ਇਸ ਕਰਕੇ ਸਾਨੂੰ ਇਹਨਾਂ ਅਰਥਾਂ ਨੂੰ ਸਮਝਣਾ ਚਾਹੀਏ। ਇੱਕ ਅਦੁੱਤੀ ਦਾ ਵਾਚਕ ਅਖੰਡ ਦਾ ਬੋਧਕ ਸ਼ਬਦ ਹੈ ਇਹ, ਜਿਹਦੇ 'ਚ ਦੂਆ ਪੜ੍ਹਨੀ ਹੈ ਅਦਵੈਤ ਸਰੂਪ। ਇੱਕ ਅਦਵੈਤ ਦਾ ਬੋਧਕ ਸ਼ਬਦ ਹੈ। ਓਂਕਾਰ ਕਹੀਏ ਸਰ ਕਾ ਪ੍ਰਕਾਸ਼ ਹੈ, ਉਤਪਤ ਲੈਤਾ ਪਾਲਣਾ ਕਰਨ ਦੀ ਸ਼ਕਤੀ ਜਿਹਦੇ ਵਿੱਚ ਹੈ, ਉਹ ਹੈ ਓਂਕਾਰ। ਅਕਾਰ ਉਕਾਰ ਮੁਕਾਰ ਪੁਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮਝਾਏ ਓਂਕਾਰ ਪਹਿਚਾਨ। ਇਹ ਓਂਕਾਰ ਦੀ ਪਰਿਭਾਸ਼ਾ ਹੈ। ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਬ੍ਰਹਮ ਦੇ ਵਿਸ਼ੇਸ਼ਣ ਹਨ, ਸਤ ਗੁਰ ਪ੍ਰਸਾਦ। ਮੂਲ ਮੰਤਰ ਦੇ ਵਿੱਚ ਇੱਕ ਲੜੀ ਹੈ ਵਿਸ਼ੇਸ਼ਣਾਂ ਦੀ। ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਕਿਤੇ ਵੀ ਲੜੀ ਟੁੱਟਦੀ ਨਹੀਂ। ਸੋਚੈ ਸੋਚ ਨਾ ਹੋਵੀ ਤਾਂ ਉਪਦੇਸ਼ ਸ਼ੁਰੂ ਹੋ ਜਾਂਦਾ ਹੈ। ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ, ਵਿਤਕਰੇ ਖਤਮ ਕਰ ਦੇਣੇ ਚਾਹੀਦੇ ਹੈ। ਫਿਰ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ। ਦੂਜਾ ਅਰਥ ਇਹ ਇਹਦਾ। ਅਤੇ ਅੱਗੇ ਸਾਧ ਸੰਗਤ ਜੀ, ਜਿਸ ਪ੍ਰਕਾਰ ਹੁਣ ਬੋਲਣ 'ਤੇ ਮੈਂ ਫਿਰ ਇੱਕ ਵਾਰੀ ਜਿਹੜੇ ਸਰੋਤੇ ਬਾਅਦ ਵਿੱਚ ਆਏ ਨੇ ਅਤੇ ਜਗਿਆਸੂ ਨੇ ਪ੍ਰਸ਼ਨ ਕੀਤਾ ਕਿ ਕਬੀਰ ਸਾਹਿਬ ਜੀ ਸਾਨੂੰ ਬੋਲਣ ਦਾ ਢੰਗ ਦੱਸੋ, ਬੋਲਣ ਦੇ 'ਚ ਕੀ ਕਹਿਣਾ ਚਾਹੀਦਾ ਹੈ? ਕਬੀਰ ਸਾਹਿਬ ਨੇ ਉੱਤਰ ਦਿੱਤਾ, ਜੈਸੇ ਰਾਮ ਨਾਮ ਰਵ ਰਹੀ ਹੈ। ਤੁਹਾਡੇ ਬੋਲਣ ਦੇ ਕਿਤੇ ਨਾ ਕਿਤੇ ਰੱਬ ਦੀ ਸਿਫਤ ਸਲਾਹ ਹੋਵੇ, ਨਿੰਦਾ ਕਿਸੇ ਦੀ ਵੀ ਨਾ ਹੋਵੇ, ਪਿਆਰ ਵਧਾਉਣ ਦੀਆਂ ਗੱਲਾਂ ਹੁਣ ਤੁਹਾਡੇ ਬੋਲਣ ਵਿੱਚ। ਹੁਣ ਅੱਗੇ ਸਾਸਰੀ ਸ਼ਬਦ ਸ਼ੁਰੂ ਹੁੰਦਾ ਹੈ, ਜਿਸ ਪ੍ਰਕਾਰ ਦੱਸਦੇ ਨੇ, ਸੁਣੋ ਜੀ ਸੰਤ ਮਿਲੇ। ਸੰਤ ਮਿਲੇ ਕਿਛ ਸੁਣੀਏ ਕਹੀਏ। ਅਤੇ ਉਚਾਰਨ ਦੇ ਵਿੱਚ ਧਿਆਨ ਰੱਖਣਾ ਹੈ। ਜਿੱਥੇ ਦਲਾਈਆਂ ਉੱਥੇ ਦਲਾਈਆਂ ਬੋਲਣੀਆਂ ਨੇ। ਸੰਤ ਮਿਲੇ, ਅਤੇ ਜਦੋਂ ਵੀ ਤੁਹਾਨੂੰ, ਅਤੇ ਕਬੀਰ ਸਾਹਿਬ ਕਹਿੰਦੇ ਕੋਈ ਮਹਾਂਪੁਰਸ਼, ਕੋਈ ਪੂਰਨ ਤਤ ਬੇਤਾ, ਕੋਈ ਨਾਮ ਦਾ ਰਸੀਆ, ਜਿਨ੍ਹਾਂ ਸਾਸ ਗਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਮਿਲ ਜਾਏ ਤਾਂ ਫਿਰ ਤੁਸੀਂ 2 ਗੱਲਾਂ ਦਾ ਧਿਆਨ ਰੱਖਣਾ। ਉਹਨਾਂ ਦੇ ਕੋਲੋਂ ਸੰਸੇ ਨਿਵਰਤੀ ਅਰਥੇ ਗਿਆਨ ਦੀ ਗੱਲ ਸੁਣਨੀ ਹੈ। ਸੰਤ ਮਿਲੇ ਕੁਛ ਸੁਣੀ ਹੈ। ਪ੍ਰਮਾਣਗਤ ਸੰਸਾ, ਪ੍ਰਮੇਗਤ ਸੰਸਾ, ਵਿਪਰਜੈ ਬੁੱਧੀ, ਇਹਦੇ ਨਾਸ ਵਾਸਤੇ ਤੁਸੀਂ ਗਿਆਨ ਦੀ ਗੱਲ ਸੁਣੀ ਹੈ। ਸੰਤ ਮਿਲੇ ਕੁਛ ਸੁਣੀਏ। ਕੁਛ ਕੀ ਸੁਣੀਏ? ਗਿਆਨ ਦੀ ਗੱਲ ਸੁਣੀਏ। ਔਰ ਫਿਰ ਉਹਨਾਂ ਨੂੰ ਕਹੀਏ ਬੇਨਤੀ ਕਿ ਮਹਾਂਪੁਰਸ਼ੋ, ਮੇਰੇ ਅੰਦਰ ਸੰਸਾ ਹੈ, ਮੈਂ ਜਗਿਆਸੂ ਹਾਂ, ਮੈਂ ਬੇਨਤੀ ਕਹਿ ਰਿਹਾ। ਕਹੀਏ ਬੇਨਤੀ, ਸੁਣੀਏ ਉਪਦੇਸ਼। ਇੱਕ ਤਾਂ ਅਰਥ ਇਹ ਬਣਦਾ ਹੈ ਇਸਦਾ। ਸੰਤ ਮਿਲੇ ਕੁਛ ਸੁਣੀਏ ਕਹੀਏ। ਜੇ ਤਾਂ ਮਹਾਂਪੁਰਸ਼ ਸੁਣਾਉਣ ਵਾਲੇ ਮਿਲ ਜਾਣ ਤਾਂ ਫਿਰ ਸੁਣੀਏ। ਔਰ ਦੂਸਰੀ ਬਾਤ, ਜੇ ਕਿਤੇ ਤੁਹਾਨੂੰ ਸੁਣਨ ਵਾਲਾ ਮਿਲ ਜਾਵੇ ਤਾਂ ਸੁਣਾਈਏ। ਰੱਬ ਦੀ ਸਿਫਤ ਸਲਾਹ ਕਰਦੇ ਤਾਂ ਉੱਥੇ ਕਹੀਏ, ਉੱਥੇ ਸੁਣੀਏ। ਸੰਤ ਕੋਲ ਸੁਣੀਏ, ਜਗਿਆਸੂ ਕੋਲ ਕਹੀਏ ਉਪਦੇਸ਼। ਅਤੇ ਸੰਤ ਸ਼ਬਦ ਕੋਸ਼ਕਰਤਾ ਨੇ ਇਹਦੇ ਵਿੱਚ ਜਿਹੜਾ ਨਿਰਣੇ ਕੀਤਾ ਹੈ, ਜਿਹੜਾ ਸਿੱਖ ਜਗਤ ਦੇ ਵਿੱਚ ਗੁਰਬਾਣੀ 'ਚ ਭਾਈ ਗੁਰਦਾਸ ਦੀ ਰਚਨਾ ਵਿੱਚ
ਰਹਿਤਨਾਮਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਵਿੱਚ ਸਮੁੱਚੇ ਰੂਪ ਦੇ ਵਿੱਚ ਜਿਹੜਾ ਗੁਲਦਸਤਾ ਸੰਤ ਸ਼ਬਦ ਦਾ ਬਣਦਾ ਹੈ, ਉਹਦੇ 4 ਅਰਥ ਬਣਦੇ ਨੇ। ਸੰਤ ਸ਼ਾਂਤ ਆਤਮਾ ਤੋਂ, ਸ਼ਾਂਤ ਤੋਂ ਸੰਤ ਸ਼ਬਦ ਬਣਿਆ ਹੈ। ਸ਼ਾਂਤ ਆਤਮਾ ਜਿਹਨੇ ਆਪਣੇ ਮਨ ਔਰ ਇੰਦਰੀਆਂ ਨੂੰ ਟਿਕਾ ਕੇ ਰੱਖਿਆ ਹੋਇਆ ਹੈ, ਸ਼ਾਂਤ ਕਰ ਲੈਣ, ਵਿਸ਼ੇ ਵਿਕਾਰਾਂ 'ਚ ਭਟਕਦੇ ਨੂੰ, ਉਹਨੂੰ ਸੰਤ ਕਿਹਾ ਜਾਂਦਾ ਹੈ। ਦੂਸਰਾ ਸੰਤ ਦਾ ਅਰਥ ਕੀਤਾ ਕੋਸ਼ਾਂ ਦੇ ਅੰਦਰ ਪੰਡਤ, ਵਿਦਵਾਨ, ਵਿਦਵਾਨ ਦੀ ਸੰਗਿਆ ਸੰਤ। ਤੇ ਤੀਸਰਾ ਗੁਰੂ ਨਾਨਕ ਦੇ ਸਿੱਖ ਦੀ ਸੰਗਿਆ ਸੰਤ। ਗੁਰੂ ਨਾਨਕ ਦੇ ਸਿੱਖ ਨੂੰ, ਗੁਰੂ ਨਾਨਕ ਦੇ ਸਿੱਖ ਨੂੰ ਸੰਤ ਕਿਹਾ ਜਾਂਦਾ ਹੈ। ਸੰਤ ਦਾ ਮਤਲਬ ਗੁਰੂ ਨਾਨਕ ਦਾ ਸਿੱਖ, ਸੰਤ ਦਾ ਹੋਰ ਕੋਈ ਮਤਲਬ ਨਹੀਂ। ਜਿਹਨੂੰ ਸੰਤ ਸ਼ਬਦ ਦੇ ਅਰਥ ਨਹੀਂ ਆਉਂਦੇ, ਵੀ ਸ਼ੰਕਾ ਹੋ ਸਕਦੀ ਹੈ। ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ। ਇਹ ਸ਼ਬਦ ਪਹਿਲਾਂ ਮੂਹਰੇ ਜੋੜਿਆ ਕਿ ਮੇਰਾ ਖਾਲਸਾ ਸੰਤ ਸਿਪਾਹੀ ਹੈ। ਜੇ ਅਸੀਂ ਕਹੀਏ ਜੀ ਅਸੀਂ ਤਾਂ ਭਾਈ ਸਿਪਾਹੀ ਹੁੰਦੇ ਹਾਂ, ਤੇ ਦੇਖੋ ਫਿਰ ਸਿਧਾਂਤ ਕਿੱਧਰ ਨੂੰ ਜਾਏਗਾ। ਕਿਤੇ ਕਿਤੇ ਸੰਤ ਗੁਰੂ ਸਾਹਿਬ ਵਾਸਤੇ ਵੀ ਵਰਤਿਆ, ਗੁਰੂ ਗ੍ਰੰਥ ਸਾਹਿਬ 'ਚ ਕਿਤੇ ਕਿਤੇ ਰੱਬ ਵਾਸਤੇ ਵੀ ਵਰਤਿਆ, ਤੇ ਬਹੁਤੇ ਸਾਰੇ ਥਾਵਾਂ ਤੇ ਸੰਤ ਸ਼ਬਦ ਆਏ। ਸੰਤ ਪਰੋਹਣੇ ਕੀਰਤਨ ਹੋਆ ਰਹਿਣ ਸਵਾਈ। ਉੱਥੇ ਗੁਰੂ ਨਹੀਂ ਸੀ ਆਏ ਪਰੋਹਣੇ ਬਣ ਕੇ, ਉੱਥੇ ਗੁਰਸਿੱਖਾਂ ਦੀ ਬਾਤ ਹੈ, ਜਿਗਾਸੂ ਬਾਤ ਹੈ। ਇਸ ਕਰਕੇ ਸੰਤ ਮਿਲੈ ਕੁਝ ਸੁਣੀਆਂ ਕਹੀ ਹੈ। ਅੱਗੇ ਦੱਸਦੇ ਹਨ ਜੀ, ਮਿਲੇ ਸੰਤ ਨਸ਼ਟ ਕਰ ਰਹੀਏ। ਜਦੋਂ ਮਿਲੇ ਅਸੰਤ, ਸੰਤ ਤੋਂ ਉਲਟ ਸਾਖਤ ਪੁਰਸ਼, ਜਿਹਦੀ ਮੱਤ ਵਿਗੜੀ ਹੋਈ ਹੈ, ਤੇ ਐਸਾ ਜਿਹੜਾ ਪਖੰਡੀ ਹੈ, ਸ਼ਾਂਤ ਆਤਮਾ ਨਹੀਂ ਹੈ, ਤੇ ਮਿਲੇ ਅਸੰਤ ਨਾਸਤਕ ਬੰਦਾ ਹੈ, ਮਸਤ ਕਰ ਰਹੀ ਹੈ, ਉੱਥੇ ਚੁੱਪ ਕਰ ਰਹੋ, ਚੰਗੀ ਗੱਲ ਹੈ। ਉਹਦੇ ਨਾਲ ਬੋਲਣ ਦੀ ਲੋੜ ਨਹੀਂ। ਪਾਣੀ 'ਚ ਮਧਾਣੀ ਪਾਇਆ ਕਦੇ ਮੱਖਣ ਨਹੀਂ ਨਿਕਲਦਾ ਹੁੰਦਾ। ਜਦੋਂ ਮੱਖਣ ਨਿਕਲਣਾ ਹੀ ਨਹੀਂ ਤਾਂ ਫਿਰ ਮਧਾਣੀ ਫੜ ਕੇ ਰਿੜਕਣ ਦਾ ਅਰਥ ਕੀ ਰਹਿ ਗਿਆ। ਇੱਕ ਨਾ ਮਤ ਖੁਦਾਏ ਦੀ, ਇੱਕ ਨਾ ਸਿੱਖ ਲਈ, ਮੂਰਖਾਂ ਆਪੋ ਆਪਣੀ ਪੱਥਰ ਬੂੰਦ ਪਈ ਨਾ ਪਈ। ਤੇ ਸਾਖਤ ਪੁਰਸ਼ ਪੱਥਰ ਦੀ ਬੂੰਦ ਹੈ, ਉਹਦੇ ਤੇ ਪੱਥਰ ਤੇ ਕੋਈ ਅਸਰ ਨਹੀਂ ਹੋਏਗਾ। ਇਸ ਕਰਕੇ ਉੱਥੇ ਮਸਤ ਕਰ ਰਹੀ ਹੈ, ਚੁੱਪ ਕਰ ਰਹੀ ਹੈ, ਉੱਥੇ ਬੋਲਣ ਦੀ ਲੋੜ ਨਹੀਂ ਹੈ। ਮਿਲੇ ਅਸੰਤ ਮਸਤ ਕਰ ਰਹੀ ਹੈ। ਹਾਂਜੀ ਬੋਲੋ। ਬਾਬਾ ਬੋਲਣਾ ਕਿਆ ਕਹੀਏ। ਇਹਦੇ ਅਰਥ ਪਹਿਲਾਂ ਹੋ ਚੁੱਕੇ ਨੇ ਕਿ ਬਾਬਾ, ਹੇ ਭਾਈ, ਹੇ ਬਜ਼ੁਰਗੋ, ਹੇ ਕਬੀਰ ਸਾਹਿਬ ਜੀ, ਬੋਲਣ ਦੇ ਵਿੱਚ ਕਿਆ ਕਹੀਏ, ਕੀ ਵਚਨ ਕਹਿਣਾ ਚਾਹੀਦਾ ਸਾਨੂੰ, ਕੀ ਬੋਲੀਏ ਅਸੀਂ। ਬੋਲੋ। ਜੈਸੇ ਰਾਮ ਨਾਮ ਰਵ ਰਹੀਏ। ਕਬੀਰ ਸਾਹਿਬ ਕਹਿੰਦੇ ਭਾਈ, ਜਿਵੇਂ ਰਾਮ ਦਾ ਅਰਥ ਹੈ, ਰਾਮ ਦੇ ਅਰਥ ਵੈਸੇ 4 ਬਣਦੇ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਤ੍ਰੇਤੇ ਯੁੱਗ ਵਿੱਚ ਹੋਇਆ। ਰਘੁਵੰਸ਼ੀਆਂ ਦੇ ਵਿੱਚ ਸਤਿਕਾਰਯੋਗ ਹੈ, ਯੁੱਗ ਅਵਤਾਰ ਨੂੰ ਕੋਈ ਨਿੰਦਿਆ ਨਹੀਂ, ਲੇਕਿਨ ਕਿਸਮਾਂ ਅਵਤਾਰ ਦੀਆਂ, ਇਹ ਕਿਸਮਾਂ ਰਾਮ ਸ਼ਬਦ ਦੀਆਂ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ घट में लेटा, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਇਸ ਕਰਕੇ ਰਾਮ ਸ਼ਬਦ ਦੀ ਵਿਆਖਿਆ, ਰਾਮ ਸ਼ਬਦ ਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਆਪ ਕੀਤੀ ਹੈ। ਰਮਨ ਰਾਮ ਤੇ ਰਾਮ ਕਹਾਇਓ, ਰਮੰਤੀ ਰਾਮਾ, ਜੋ ਸਾਰੀ ਜਗ੍ਹਾ ਰਮਨ ਕਰ ਰਿਹਾ ਹੈ, ਵਿਆਪਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹਨੂੰ ਰਾਮ ਕਹਿੰਦੇ ਨੇ। ਤੋ ਇਸ ਕਰਕੇ ਜੈਸੇ ਰਾਮ ਨਾਮ ਰਵ ਰਹੀ ਹੈ, ਰੱਬ ਨਾਮ ਉਚਾਰਨ ਕਰਦਾ, ਰਾਮ ਦੇ ਨਾਮ ਦੇ ਵਿੱਚ ਜਿਸ ਤਰ੍ਹਾਂ ਆਪਣੀ ਰਸਨਾ ਉਚਾਰਨ ਕਰਦੀ ਰਹੇ। ਭਾਈ ਜਦੋਂ ਵੀ ਬੋਲਣਾ ਹੈ ਤਾਂ ਪਰਮਾਤਮਾ ਦੇ ਜਸ ਵਿੱਚ ਹੀ ਬੋਲਣਾ ਹੈ, ਅਪਜਸ ਵਿੱਚ ਨਹੀਂ ਬੋਲਣਾ ਹੈ। ਇਹ ਬੋਲਣ ਦਾ ਤਰੀਕਾ ਦੱਸਿਆ ਹੈ ਜੇ ਅਸਥਾਈ ਦੇ ਕੇ ਕਹਿੰਦੇ ਹੈ। ਰਹਾਉ ਸੰਗੀਤ ਦੇ ਵਿੱਚ ਸਾਧ ਸੰਗਤ ਜੀ, ਗੁਰਮੁਖ ਪਿਆਰੇ ਰੰਗੀਲਾ ਜੀ ਬੈਠੇ ਹੈ, ਬੜੇ ਦੇਰ ਦਾ ਮੇਲ ਮਿਲਾਪ ਹੈ ਇਹਨਾਂ ਦੇ ਨਾਲ, ਬਹੁਤ ਲੰਮੇ ਸਮੇਂ ਤੋਂ।
ਅਤੇ ਉਦੋਂ ਅਜੇ ਸ਼ੁਰੂ ਹੋਏ ਸੀ ਕੀਰਤਨ ਦੀ। ਉਦੋਂ ਰਿਸ਼ੀਕੇਸ਼ ਸਭ ਤੋਂ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਇਹਨਾਂ ਦਾ ਸ਼ਬਦ ਉੱਥੇ ਸੁਣਿਆ ਸੀ। ਅਤੇ ਉਹ ਸ਼ਬਦ 1971 ਦੇ ਵਿੱਚ ਇਹਨਾਂ ਨੇ ਜਦੋਂ ਉੱਥੇ ਸ਼ਬਦ ਬੋਲਿਆ ਅਤੇ ਬੜੀ ਮਿਠਾਸ, ਮੈਂ ਕਮਰੇ ਦੇ ਵਿੱਚੋਂ ਆ ਕੇ ਆਵਾਜ਼ ਸੁਣ ਕੇ ਇਹਨਾਂ ਦੇ ਦਰਸ਼ਨ ਕੀਤੇ ਸੀ। ਅਤੇ ਇਹਨਾਂ ਨੂੰ ਪਤਾ ਹੈ ਕਿ ਸੰਗੀਤ ਦੇ ਵਿੱਚ ਰਹਾਉ ਦਾ ਕੀ ਸਥਾਨ ਹੈ। ਪੁਰਾਤਨ ਰਾਗੀਆਂ ਦੇ ਵਿੱਚ 72 ਕਿਸਮ ਦੇ ਰਾਗ ਦੇ ਭੇਦ ਮੰਨੇ ਹੈ, ਜਿਹੜੇ ਦਾਸ ਨੇ ਪੜ੍ਹੇ ਹੈ ਪੁਸਤਕਾਂ ਦੇ ਵਿੱਚ। 4 ਵਰਤਦੇ ਸਨ ਰਾਗੀ ਸਿੰਘ, ਉਹ ਵੀ ਸਮੇਂ ਦੀ ਗਰਦਸ਼ ਨੇ ਸਭ ਕੁਛ ਮਲੀਆ ਮੇਟ ਕਰ ਦਿੱਤਾ। ਉਹਦੇ ਵਿੱਚ ਅਸਥਾਈ, ਸੰਚਾਈ, ਅੰਤਰਾ, ਅੰਭੋਗ, ਇਹ 4 ਵਰਤਦੇ ਸੀ। ਪਰ ਹੁਣ ਅਸਥਾਈ ਅਤੇ ਅੰਤਰਾ, ਅਸਥਾਈ ਅਤੇ ਅੰਤਰਾ ਸਿਰਫ 2 ਰਹਿ ਗਏ। ਇੱਥੇ ਰਹਾਉ ਸੰਗੀਤ ਕਲਾ ਵਾਲਿਆਂ ਨੂੰ ਕਿ ਸੰਬੋਧਕ ਸ਼ਬਦ ਹੈ ਕਿ ਜੇ ਸ਼ਬਦ ਗਾਇਨ ਕਰਨਾ ਹੈ ਤਾਂ ਇਸ ਤੁਕ ਨੂੰ ਅਸਥਾਈ ਬਣਾਉਣੀ ਹੈ। ਅਤੇ ਵਿਆਖਿਆਕਾਰ ਵਾਸਤੇ ਸੰਬੋਧਕ ਸ਼ਬਦ ਹੈ ਕਿ ਰਹਾਉ ਸਿਧਾਂਤਕ ਤੁਕ ਹੈ। ਰਹਾਉ ਦੇ ਵਿੱਚ 2 ਤਰ੍ਹਾਂ ਦੀ ਵਿਚਾਰ ਹੁੰਦੀ ਹੈ। ਸਾਰੇ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਿੱਚ ਹੈ। ਉਹਦੇ 'ਚ 2 ਪੱਖ ਹੁੰਦੇ ਨੇ। ਜਾਂ ਤਾਂ ਰਹਾਉ ਵਿੱਚ ਹੁੰਦੀ ਹੈ ਪ੍ਰਸ਼ਨ ਕੀਤਾ ਵਾ, ਬਾਕੀ ਦੇ ਸ਼ਬਦ ਵਿੱਚ ਉੱਤਰ ਮਿਲਦਾ ਜਾਂਦਾ ਹੈ। ਜਾਂ ਫਿਰ ਬਾਕੀ ਦੇ ਸਾਰੇ ਸ਼ਬਦ ਵਿੱਚ ਪ੍ਰਸ਼ਨ ਪ੍ਰਸ਼ਨ ਹੁੰਦੇ ਨੇ ਅਤੇ ਰਹਾਉ ਵਾਲੀ ਇਕੱਲੀ ਤੋਂ ਉੱਤਰ ਦਿੱਤੀ ਚਲੀ ਜਾਂਦੀ ਹੈ। ਇਹ 2 ਤਰ੍ਹਾਂ ਦੀ ਵਿਚਾਰ ਹੈ। ਸੋ ਰਹਾਉ ਅਸਥਾਈ ਦੇ ਕੇ ਕਹਿੰਦੇ ਹਨ ਜੀ ਸੰਤਨ ਸਿਉ ਬੋਲੇ ਉਪਕਾਰੀ। ਭਾਈ ਜਿਹੜੇ ਸੰਤਾਂ ਦੇ ਨਾਲ ਬੋਲਣਾ ਹੈ, ਗੁਰਸਿੱਖਾਂ ਦੇ ਨਾਲ ਬੋਲਣਾ ਹੈ, ਅਤੇ ਇਹਦੇ ਵਿੱਚ ਬੜਾ ਉਪਕਾਰ ਹੈ। ਉਪਕਾਰ ਦਾ ਮਤਲਬ ਭਲਾ ਹੈ। ਕਿਉਂਕਿ ਜਦੋਂ ਤੁਸੀਂ ਬੇਨਤੀ ਕਰਕੇ ਕੋਈ ਪਰਮਾਰਥ ਦੀ ਗੱਲ ਪੁੱਛੋਗੇ ਤਾਂ ਉਹਦੇ 'ਚ ਤੁਹਾਡਾ ਤਾਂ ਭਲਾ ਹੋਣਾ, ਜਿਹੜੇ ਕੋਲ ਬੈਠੇ ਨੂੰ ਉਹਨਾਂ ਦਾ ਵੀ ਭਲਾ ਹੋ ਜਾਣਾ, ਕਿਉਂਕਿ ਰੱਬ ਦੇ ਨਾਂ ਦੀ ਗੱਲ ਸੁਣੋਗੇ। ਸੰਤਨ ਸੋ ਬੋਲੇ ਉਪਕਾਰੀ, ਇਹ ਭਲਾ ਹੁੰਦਾ ਹੈ ਜੇ ਮੂਰਖ ਸਿਉ ਬੋਲੇ ਚਖ ਮਾਰੇ। ਭਾਈ ਮੂਰਖ ਦੇ ਨਾਲ ਤਾਂ ਝੱਖਾਂ ਮਾਰਨੀਆਂ, ਉਹ ਤਾਂ ਪਾਣੀ ਦੀ ਮਧਾਣੀ ਹੈ, ਗੱਪਾਂ ਮਾਰਨੀਆਂ। ਮੱਛੀਆਂ ਆਦਿ ਮਾਰਨ ਵਾਲੇ ਝੱਖ ਨਾਲ ਮੱਛ ਦਾ ਵੀ ਹੁੰਦਾ, ਇਹ ਵੀ ਕਰਦੇ ਅਰਥ, ਪਰ ਪ੍ਰਕਰਨ ਅਨੁਸਾਰ ਇਹ ਬਣਦਾ ਹੈ। ਮੂਰਖ ਸਿਉ ਬੋਲੇ ਚਖ ਮਾਰੇ। ਮਾਰੇ ਕਹਿੰਦੇ ਮੂਰਖ ਸੂ ਨਾ ਲੋਝ ਪੁਰਾਣੀ। ਗੁਰੂ ਸਾਹਿਬ ਕਹਿੰਦੇ ਆਪਣੇ ਗੁਰਸਿੱਖ ਨੂੰ ਪੜ੍ਹ ਅੱਖਰ ਇਹੋ ਬੂਝੀ ਹੈ, ਮੂਰਖ ਨਾਲ ਨਾ ਲੋਝੀਏ। ਪੱਥਰ ਨਾਲ ਮੱਥਾ ਮਾਰਨ ਦੇ ਨਾਲ ਆਪਣਾ ਮੱਥਾ ਭਨਾਉਣ ਤੋਂ ਬਿਨਾਂ ਹੋਰ ਕੁਝ ਵੀ ਪੱਲੇ ਨਹੀਂ ਪਏਗਾ, ਮੰਨੇਗਾ ਤਾਂ ਹੈ ਨਹੀਂ। ਇਸ ਕਰਕੇ ਮੂਰਖ ਸਿਉ ਬੋਲੇ ਝੱਖ ਮਾਰੀ, ਝੱਖਾਂ ਮਾਰਦੀਆਂ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ। ਆਓ ਸਮਾਂ ਸਮਾਪਤੀ ਦੇ ਨੇੜੇ ਪਹੁੰਚ ਗਿਆ ਅਤੇ ਸ਼ਬਦ ਵੀ ਸਮਾਪਤੀ ਦੇ ਨੇੜੇ ਪਹੁੰਚ ਗਏ। ਹਾਂਜੀ ਬੋਲੋਗੇ। ਬੋਲਤ ਬੋਲਤ ਬੜੇ ਵਿਕਾਰਾ। ਮੂਰਖ ਦੇ ਨਾਲ ਜਿੰਨਾ ਬੋਲੀ ਜਾਓਗੇ ਨਾ ਅਤੇ ਕ੍ਰੋਧ ਰੂਪੀ ਵਿਕਾਰ ਵਧੂਗਾ, ਗੁੱਸਾ ਆ ਜਾਊਗਾ ਤੁਹਾਨੂੰ। ਅਤੇ ਕਈ ਵਾਰੀ ਤਾਂ ਬੋਲਦਿਆਂ ਬੋਲਦਿਆਂ ਕਸੁੰਨਮੁਖੀ 'ਤੇ ਪਹੁੰਚ ਜਾਂਦੀ ਹੈ ਗੱਲ, ਹੱਥੋਂ-ਪਾਈ ਹੋ ਜਾਂਦੀ ਹੈ। ਉਹ ਬੋਲਣ ਦੀ ਤਾਂ ਫਲ ਹੈ, ਵਿਕਾਰ ਵਧ ਗਿਆ। ਸਭ ਤੋਂ ਚੰਗੀ ਚੁੱਪ ਚੁੱਪ ਵਿੱਚ 100 ਪੜਦਾ, ਜੇ ਮਨਸੂਰ ਨਾ ਬੋਲਦਾ ਕਿਉਂ ਸੂਲੀ ਚੜ੍ਹਦਾ। ਚੁੱਪੇ ਚੰਗਾ ਨਾਨਕਾ, ਦੁੱਖ ਸੁੱਖ ਮੰਗੀਏ ਸੁੱਖ। ਇਸ ਕਰਕੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਚੁੱਪ ਵੀ ਚੰਗੀ ਹੁੰਦੀ ਹੈ, ਬੜੀ ਚੰਗੀ ਹੁੰਦੀ ਹੈ। ਅਤੇ ਇਸ ਕਰਕੇ ਕਹਿੰਦੇ ਨੇ ਬੋਲਤ ਬੋਲਤ ਬੜੇ ਵਿਕਾਰਾ। ਇਹ ਵਿਕਾਰ, ਇਹ ਕ੍ਰੋਧ ਰੂਪੀ ਵਿਕਾਰ ਵਧੇਗਾ। ਅਤੇ ਅੱਗੇ ਦੱਸਦੇ ਹਨ ਜੀ ਬਿਨ ਬੋਲੇ ਕਿਆ ਕਰੇ ਵਿਚਾਰਾ। ਜਦੋਂ ਤੁਸੀਂ ਬੋਲੋਗੇ ਹੀ ਨਹੀਂ ਮੂਰਖ ਦੇ ਨਾਲ ਤਾਂ ਵਿਚਾਰਾ ਮੂਰਖ ਕਿੰਨੀਆਂ ਕਟਕਰਾਂ ਮਾਰੂਗਾ, ਕੀ ਕਹੂਗਾ, ਚੁੱਪ ਕਰ ਜਾਊਗਾ। ਉਹ ਵੀ ਕੀ ਕਰ ਸਕਦਾ, ਫਿਰ ਉਹ ਕੀ ਵਿਚਾਰ ਕਰ ਸਕਦਾ। ਮੂਰਖ ਬੰਦਾ ਕੀ ਭਲਾ ਵਿਚਾਰ ਕਰਦਾ ਹੁੰਦਾ, ਚੁੱਪ ਕਰਨਾ ਪਊਗਾ। ਇਸ ਦਾ ਇੱਕ ਅਰਥ ਸੰਪਰਦਾਇ ਇਹ ਵੀ ਕੀਤਾ ਹੈ, ਚਲੋ ਕਾਹਨੂੰ ਛੱਡਣਾ ਹੈ। ਬੋਲਤ ਬੋਲਤ ਬੜੇ ਵਿਕਾਰਾ, ਉੱਥੇ ਬੜੇ ਦਾ ਅਰਥ ਹੈ ਵੀ ਜੋ ਜੋ ਸੰਤਾਂ ਦੇ ਨਾਲ ਬਚਨ ਵਿਲਾਸ ਕਥਾ ਵਿਚਾਰ ਹੋਊਗੀ, ਕਹਿੰਦੇ ਵਿਕਾਰ ਵੱਢੇ ਜਾਣਗੇ। ਇਹ ਵੀ ਅਰਥ ਕੀਤਾ ਹੋਇਆ ਸੰਪਰਦਾ ਦੇ। ਜੇ ਤੁਸੀਂ ਸੰਤਾਂ ਦੇ ਨਾਲ ਕਿਤੇ ਤਤ ਬੇਤਿਆਂ ਦੇ ਨਾਲ ਗੁਰਮੁਖਾਂ ਨਾਲ ਵਿਚਾਰ ਹੀ ਨਹੀਂ ਕਰੋਗੇ, ਕੀ ਵਿਚਾਰ ਵਧੂਗੀ ਤੁਹਾਡੀ।
ਇਸ ਕਰਕੇ ਇਹ ਦੂਜਾ ਅਰਥ ਜਾਣਨਾ ਜੀ। ਕਹੋ ਕਬੀਰ, ਕਹੋ ਕਬੀਰ ਸ਼ੂਸ਼ਾ ਕੜ ਬੁਲੇ। ਹੁਣ ਕਬੀਰ ਸਾਹਿਬ ਕਹਿੰਦੇ ਇੱਕ ਨਿਯਮ ਹੈ ਪ੍ਰਕਿਰਤੀ ਦਾ, ਘੜੇ ਵਿੱਚ ਪਾਣੀ ਹੋਵੇ ਅੱਧਾ ਕਿਤੇ ਅੱਧਾ ਹੋਵੇ ਖਾਲੀ, ਉਹਨੇ ਛਲਕਣਾ ਹੀ ਹੈ। ਘੜੇ ਦਾ ਛਲਕਣਾ ਇੱਕ ਸਬੂਤ ਹੈ ਵੀ ਖਾਲੀ ਹੈ, ਤੇ ਜਿਸ ਵੇਲੇ ਨੱਕੋ ਨੱਕ ਭਰਿਆ ਹੋਵੇ ਉਹ ਨਾ ਡੋਲਦਾ ਤੇ ਨਾ ਬੋਲਦਾ। ਇਸ ਕਰਕੇ ਇਹ ਗੁਣਾਂ ਦੇ ਆਧਾਰ 'ਤੇ ਕਬੀਰ ਸਾਹਿਬ ਜੀ ਕਹਿੰਦੇ ਕਹੋ ਕਬੀਰ ਸ਼ੂਸ਼ਾ ਘਟ ਬੋਲੇ। ਘਟ ਨਾਮ ਘੜੇ ਦਾ ਹੈ, ਜਿਵੇਂ ਖਾਲੀ ਘੜਾ ਬੋਲਦਾ ਹੈ, ਤੇ ਘਟ ਨਾਮ ਹਿਰਦੇ ਦਾ ਹੈ। ਜਿਹਦੇ ਹਿਰਦੇ ਦੇ ਅਜੇ ਪੂਰਨ ਗਿਆਨ ਨਹੀਂ ਹੈ ਉਹ ਜ਼ਿਆਦਾ ਬਕਵਾਦ ਕਰਦਾ ਹੈ। ਕਹੋ ਕਬੀਰ ਸ਼ੂਸ਼ਾ ਘਟ ਬੋਲੇ। ਤੇ ਅੱਗੇ ਦੱਸਦੇ ਹਨ ਭਰਿਆ ਹੋਏ ਸੋ ਕਬਹੁ ਨਾ ਡੋਲੇ। ਕਿ ਬਈ ਜਿਹੜਾ ਭਰਿਆ ਹੋਇਆ ਹੈ, ਖਾਲੀ ਬਰਤਨ ਦੀ ਆਵਾਜ਼ ਵੱਖਰੀ ਕਿਸਮ ਦੀ ਹੁੰਦੀ ਹੈ। ਆਪ ਸਿਆਣੇ ਬੈਠੇ ਹੋ, ਖਾਲੀ ਬਰਤਨ ਨੂੰ, ਖਾਲੀ ਘੜੇ ਨੂੰ ਖੜਕਾਓਗੇ ਆਵਾਜ਼ ਦੱਸੇਗੀ ਖਾਲੀ ਹੈ। ਉਹਨੂੰ ਤਰੇੜ ਆਈ ਹੋਵੇ ਖੜਕਾਓਗੇ ਦੱਸੇਗਾ ਕਿ ਤਰੇੜ ਵੀ ਆਈ ਹੋਈ ਹੈ। ਤੇ ਜੇ ਉਹਦੇ 'ਚ ਅੱਧਾ ਕੁ ਪਾਣੀ ਹੈ ਅੱਧਾ ਕੁ ਨਹੀਂ ਹੈ ਤਾਂ ਵੀ ਦੱਸੇਗਾ। ਜੇ ਨੱਕੋ ਨੱਕ ਭਰਿਆ ਤਾਂ ਠੋਸ ਉਹਦੀ ਆਵਾਜ਼ ਕੋਈ ਨਹੀਂ। ਇਹ ਹਿਰਦੇ ਦੀ ਬਾਤ ਹੈ। ਜਿਹੜਾ ਹਿਰਦਾ ਨਾਮ ਵਿੱਚ ਲਵਾਲਾ ਭਰਿਆ ਹੈ, ਜਿਹੜਾ ਗਿਆਨ ਵਿੱਚ ਭਰਿਆ ਹੋਇਆ ਹੈ, ਉਹਦੇ ਬੋਲਣ ਦੇ ਵਿੱਚ ਰਸ, ਉਹਦੇ ਬੋਲਣ ਦੇ ਵਿੱਚ ਗਿਆਨ, ਉਹਦੇ ਬੋਲਣ ਦੇ ਵਿੱਚ ਸਮਾਜ ਦਾ ਭਲਾ, ਪਰਉਪਕਾਰ ਤੇ ਨਾਮ ਦੀ ਕਿਤੇ ਨਾ ਕਿਤੇ ਪਿਆਰ ਦੀ ਕਣੀ ਜਾਗੇਗੀ। ਇਹ ਅੱਜ ਦਾ ਸ਼ਬਦ ਜਿਹੜਾ ਸੀ, ਇਹ ਦਾਸ ਪਹਿਲੇ ਦਿਨ ਅੱਜ ਇਸ ਸਥਾਨ 'ਤੇ ਇਲਫੋਰਡ ਸੀ ਪ੍ਰੋਗਰਾਮ ਅੱਜ ਪਹਿਲੇ ਦਿਨ, ਅਤੇ ਸ਼ਬਦ ਦਾ ਵੀ ਥੋੜ੍ਹੇ ਸਮੇਂ ਤੋਂ ਮੈਨੂੰ ਪਤਾ ਲੱਗਿਆ ਵੀ ਕਥਾ ਇਸ ਥਾਂ 'ਤੇ ਚੱਲਦੀ ਹੈ। ਅਤੇ ਕੱਲ੍ਹ ਤੋਂ ਸਾਸ ਜੀ ਅਗਲਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਕਈ ਸ਼ੰਕਾ ਲੋਕ ਜਿਹੜੀਆਂ ਕਰਦੇ ਨੇ, ਉਹਦਾ ਉੱਤਰ ਹੈ ਨਰੂ ਮਰੈ ਨਰ ਕਾਮਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਇਹਦੀ ਵਿਆਖਿਆ ਕੱਲ੍ਹ ਹੋਏਗੀ। ਆਓ ਹੁਣ ਇੱਥੇ ਸਾਸ ਜੀ ਸਮਾਪਤੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨ ਬੋਲੇ। ਕਹੋ ਕਬੀਰ ਸ਼ੂਸ਼ਾ ਕੜ ਬੁਲੇ। ਭਰਿਆ ਹੋਏ ਸੋ ਕਬਹੁ ਨਾ ਡੋਲੇ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ। ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨਾ। ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਿੱਖ ਗੁਰਬਾਣੀ ਦੇ ਅਰਥਾਂ ਨਾਲ ਜੁੜੇਗਾ ਮੁਕਤ ਹੋ ਜਾਏਗਾ। ਤੇ ਸ਼ਾਇਦ ਸਾਨੂੰ ਮੁਕਤੀ ਦੀ ਲੋੜ